ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਸਾਡਾ ਟੌਪਿਕ ਆ ਯੁੱਧ ਅਭਿਆਸ 2023। ਯਾਨੀ ਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮੋਸਟ ਇੰਪੋਰਟੈਂਟ ਕੁਐਸਚਨਸ ਕਰਨ ਵਾਲੀਆਂ ਡਿਫੈਂਸ ਐਕਸਰਸਾਈਜ਼ ਦੇ ਨਾਲ ਰਿਲੇਟਡ। ਹਾਂਜੀ, ਤੁਸੀਂ ਸੁਣਿਆ ਹੋਣਾ, ਦੇਖਿਓ ਜਿਹੜੇ ਸਟੂਡੈਂਟਸ ਨੇ ਪਿਛਲੀ ਵਾਰ ਕਾਂਸਟੇਬਲ ਦਾ ਐਗਜ਼ਾਮ ਦਿੱਤਾ ਤਾਂ ਸ਼ਿਫਟ 1 ਦੇ ਵਿੱਚ ਇਹ ਆਇਆ ਸੀ ਕਿ ਇੰਦਰ ਨਾਮ ਦੀ ਡਿਫੈਂਸ ਐਕਸਰਸਾਈਜ਼ ਯਾਨੀ ਕਿ ਯੁੱਧ ਅਭਿਆਸ ਭਾਰਤ ਅਤੇ ਕਿਹੜੇ ਦੇਸ਼ ਦੇ ਵਿਚਕਾਰ ਹੁੰਦਾ ਹੈ। ਤਾਂ ਉਹ ਸਾਰੇ MCQ ਜੋ ਕਿ ਇੰਡੀਆ ਅਤੇ ਇੰਡੀਆ ਦੇ ਨਾਲ ਰਿਲੇਟਡ ਜਿੰਨੇ ਵੀ ਦੇਸ਼ਾਂ ਦੇ ਡਿਫੈਂਸ ਐਕਸਰਸਾਈਜ਼ ਯੁੱਧ ਅਭਿਆਸ ਹੁੰਦੇ ਨੇ ਉਹ ਸਾਰੇ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲੇ ਹਾਂ। ਤੇ 2023 ਦੇ ਵਿੱਚ ਕਿਹੜਾ ਅਭਿਆਸ ਕਿੱਥੇ ਹੋਇਆ ਉਹ ਸਾਡਾ ਮੇਨ ਟੌਪਿਕ ਆ ਅੱਜ ਦਾ, ਕਿਉਂਕਿ ਇਹ ਜਿਹੜੇ MCQ ਆ ਇੱਕ ਤਾਂ ਜੀਕੇ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਬਣ ਸਕਦੇ ਆ ਕਿ ਕਿਹੜੇ ਦੇਸ਼ ਦੇ ਵਿਚਕਾਰ ਕਿਹੜੀ ਡਿਫੈਂਸ ਐਕਸਰਸਾਈਜ਼ ਹੁੰਦੀ ਆ। ਦੂਸਰਾ ਕਰੰਟ ਅਫੇਅਰ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਬਣ ਸਕਦੇ ਆ ਕਿ ਕਿਹੜਾ ਅਭਿਆਸ ਆ ਉਹ ਕਿੱਥੇ ਆਯੋਜਿਤ ਕੀਤਾ ਗਿਆ। ਕਿਸੇ ਦਾ ਨਾਮ ਲਿਖ ਕੇ ਤੁਹਾਨੂੰ ਦਿੱਤਾ ਜਾਵੇਗਾ ਤੇ ਪੁੱਛਿਆ ਲਿਆ ਜਾਵੇਗਾ ਕਿ ਇਹ ਅਭਿਆਸ ਕਿੱਥੇ ਆਯੋਜਿਤ ਕੀਤਾ ਗਿਆ। ਠੀਕ ਹੈ, ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਕਾਫੀ ਜ਼ਿਆਦਾ ਟ੍ਰੈਂਡਿੰਗ ਐਂਡ ਇੰਪੋਰਟੈਂਟ ਟੌਪਿਕ ਮੈਂ ਲੈ ਕੇ ਆਈ ਹਾਂ, ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਵਾਲੇ ਹਾਂ ਯੁੱਧ ਅਭਿਆਸ 2023 ਦੇ ਨਾਲ ਰਿਲੇਟਡ ਇੰਪੋਰਟੈਂਟ MCQ। ਇਸ ਵੀਡੀਓ ਦੇ ਵਿੱਚ ਸਾਰੇ ਇੰਪੋਰਟੈਂਟ MCQ ਮੈਂ ਤੁਹਾਡੇ ਲਈ ਸਿਲੈਕਟਡ ਲੈ ਕੇ ਆਈ ਹਾਂ। ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ, ਕਿਉਂਕਿ ਜਿੰਨੇ ਵੀ ਇੰਪੋਰਟੈਂਟ MCQ ਬਣ ਸਕਦੇ ਸੀ ਇਸ ਟੌਪਿਕ ਦੇ ਨਾਲ ਰਿਲੇਟਡ ਉਹ ਅਸੀਂ ਸਾਰੇ ਦੇ ਸਾਰੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਵੀ ਆਉਂਦੇ ਨੇ ਕਿ ਜੋ ਮੈਂ ਐਕਸਟਰਾ ਫੈਕਟ ਬੋਲਦੀ ਆ ਉਹਨਾਂ ਨੂੰ ਨੋਟ ਕਰ ਦਿਆ ਕਰਾਂ, ਤਾਂ ਤੁਹਾਡੇ ਸਾਹਮਣੇ ਮੈਂ ਇੰਪੋਰਟੈਂਟ ਫੈਕਟ ਇਸ ਵੀਡੀਓ ਦੇ ਵਿੱਚ ਵੀ ਨੋਟ ਕੀਤੇ ਹੋਏ ਨੇ, ਕਿਉਂਕਿ ਇਸ ਦੇ ਵਿੱਚ ਜੋ ਚੀਜ਼ਾਂ ਨੋਟ ਕਰਨ ਵਾਲੀਆਂ ਮੈਨੂੰ ਲੱਗੀਆਂ ਮੈਂ ਉਹ ਕੀਤੀਆਂ ਨੇ। ਠੀਕ ਹੈ, ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਭਾਰਤ ਅਤੇ ਕਿਸ ਦੇਸ਼ ਦੀ ਫੌਜ ਦਰਮਿਆਨ ਸਾਂਝੀ ਸਿਖਲਾਈ ਅਭਿਆਸ ਧਰਮ ਗਾਰਡੀਅਨ ਦਾ ਆਯੋਜਨ ਕੀਤਾ ਗਿਆ। ਹਾਂਜੀ, ਧਰਮ ਗਾਰਡੀਅਨ ਇਹ ਭਾਰਤ ਅਤੇ ਜਾਪਾਨ ਦੇ ਵਿਚਕਾਰ ਸੰਯੁਕਤ ਅਭਿਆਸ ਆ ਜਿਹੜਾ ਹੁੰਦਾ ਵਾ। ਠੀਕ ਹੈ, ਭਾਰਤ ਅਤੇ ਜਾਪਾਨ ਦੇ ਵਿਚਕਾਰ ਹੁੰਦਾ ਧਰਮ ਗਾਰਡੀਅਨ। ਤੁਹਾਨੂੰ ਪੁੱਛਿਆ ਜਾ ਸਕਦਾ ਕਿ ਕਿਹੜੇ ਦੇਸ਼ਾਂ ਦੇ ਵਿਚਕਾਰ ਹੁੰਦਾ, ਭਾਰਤ ਅਤੇ ਜਾਪਾਨ ਦੇ ਨਾਲ। ਦੇਖੋ ਬਹੁਤ ਹੀ ਇੰਪੋਰਟੈਂਟ ਟੌਪਿਕ ਆ, ਤੈਨੂੰ ਭੁੱਲ ਕੇ ਵੀ ਨਾ ਛੱਡਿਓ। ਤਾਂ ਇਹ ਕਿਹਦੇ ਵਿਚਕਾਰ ਹੁੰਦਾ, ਜਾਪਾਨ ਦੇ ਵਿਚਕਾਰ ਹੁੰਦਾ। ਠੀਕ ਹੈ, ਆਪਸ਼ਨ ਨੰਬਰ B ਇਜ਼ ਅ ਰਾਈਟ ਆਨਸਰ। ਠੀਕ ਹੈ, ਭਾਰਤ ਅਤੇ ਜਾਪਾਨ ਦੇਸ਼ ਦੀ ਫੌਜ ਦੇ ਦਰਮਿਆਨ ਸਾਂਝੀ ਸਿਖਲਾਈ ਅਭਿਆਸ ਧਰਮ ਗਾਰਡੀਅਨ ਦਾ ਆਯੋਜਨ ਕੀਤਾ ਗਿਆ। ਤੇ ਆਪਾਂ ਇੰਪੋਰਟੈਂਟ ਫੈਕਟ ਪੜ੍ਹ ਲੈਂਦੇ ਆ। ਤੇ ਇਹ ਆਯੋਜਨ ਕਿੱਥੇ ਕੀਤਾ ਗਿਆ, ਜਾਪਾਨ ਦੇ ਵਿੱਚ। ਕਿੰਨਵਾਂ ਐਡੀਸ਼ਨ ਹੋਇਆ ਇਸ ਵਾਰ, ਚੌਥਾ ਹੋਇਆ। ਤੇ ਧਰਮ ਗਾਰਡੀਅਨ ਅਭਿਆਸ 2022 ਇਹ ਕਿੱਥੇ ਹੋਇਆ ਸੀ, ਇਹ ਕਰਨਾਟਕ ਦੇ ਬੈਲਗਾਮ ਦੇ ਵਿੱਚ ਹੋਇਆ ਸੀ, ਆਪਣੇ ਇੱਧਰ ਹੋਇਆ ਸੀ ਇੰਡੀਆ ਦੇ ਵਿੱਚ। ਠੀਕ ਹੈ, ਹੁਣ ਜਾਪਾਨ 'ਚ ਹੋਇਆ 2023 ਦਾ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਨੈਕਸਟ ਹੈ ਜੀ, ਭਾਰਤ ਅਤੇ ਕਿਸ ਦੇਸ਼ ਦੀ ਫੌਜ ਵਿਚਕਾਰ 2 ਸਾਲਾਂ ਸਿਖਲਾਈ ਅਭਿਆਸ ਡਸਟ ਲਿਕ 2023 ਆਯੋਜਿਤ ਕੀਤਾ ਗਿਆ। ਹਾਂਜੀ, ਭਾਰਤ ਅਤੇ ਕਿਹਦੇ ਵਿਚਕਾਰ ਹੁੰਦਾ ਵਾ ਡਸਟ ਲਿਕ 2023 ਅਭਿਆਸ, ਇਹ ਹੁੰਦਾ ਜੀ ਭਾਰਤ ਅਤੇ ਉਜ਼ਬੇਕਿਸਤਾਨ ਦੇ ਵਿਚਕਾਰ। ਠੀਕ ਹੈ, ਭਾਰਤ ਅਤੇ ਉਜ਼ਬੇਕਿਸਤਾਨ ਦੇ ਵਿਚਕਾਰ ਆ ਜਿਹੜਾ ਇਹ 2 ਸਾਲਾਂ ਸਿਖਲਾਈ ਅਭਿਆਸ ਡਸਟ ਲਿਕ 2023 ਹੋਇਆ ਵਾ। ਆਪਸ਼ਨ ਇੱਥੇ ਸਾਡੇ ਕੋਲੇ ਰਾਈਟ ਆਨਸਰ ਹੈ ਜੀ, ਆਪਸ਼ਨ A ਉਜ਼ਬੇਕਿਸਤਾਨ। ਠੀਕ ਹੈ, ਆਪਸ਼ਨ A ਇਜ਼ ਅ ਰਾਈਟ ਆਨਸਰ। ਹੁਣ ਆਪਾਂ ਇੰਪੋਰਟੈਂਟ ਫੈਕਟ ਵੀ ਕਰ ਲੈਂਦੇ ਆ। ਕਿਹੜੇ ਸਥਾਨ ਤੇ ਹੋਇਆ, ਇਹ ਸਾਡੇ ਦੇਸ਼ ਭਾਰਤ ਦੇ ਵਿੱਚ ਉੱਤਰਾਖੰਡ ਦੇ ਪਿਥੌਰਾਗੜ੍ਹ ਦੇ ਵਿੱਚ ਹੋਇਆ ਵਾ। ਠੀਕ ਹੈ, ਤੇ ਯਾਦ ਰੱਖਣਾ ਕਿ ਕਿਹੜੇ ਦੇਸ਼ਾਂ ਦੇ ਵਿਚਕਾਰ ਕਿਹੜੀ ਡਿਫੈਂਸ ਐਕਸਰਸਾਈਜ਼ ਹੁੰਦੀ ਆ। ਹੁਣ ਅੱਗੇ ਨੈਕਸਟ ਆਪਾਂ ਗੱਲ ਕਰਦੇ ਆ ਜੀ। ਆਪਾਂ ਨੈਕਸਟ ਗੱਲ ਇਸ ਦੀ ਕਰ ਰਹੇ ਆ ਕਿ ਜਿਹੜਾ ਡਸਟ ਲਿਕ ਅਭਿਆਸ ਆ ਇਹ ਭਾਰਤ ਅਤੇ ਉਜ਼ਬੇਕਿਸਤਾਨ ਦੇ ਵਿਚਕਾਰ ਹੁੰਦਾ। ਇਸ ਵਾਰੀ ਇੰਡੀਆ ਦੇ ਵਿੱਚ ਹੋਇਆ। ਕਿੰਨਵਾਂ ਸੰਸਕਰਣ ਹੋਇਆ ਇਹਦਾ, ਚੌਥਾ ਹੋਇਆ। ਤੇ ਇਹਦੇ ਵਿੱਚ ਕਿਹੜੀਆਂ ਫੌਜਾਂ ਨੇ ਪਾਰਟਿਸਿਪੇਟ ਕੀਤਾ, ਭਾਰਤੀ ਟੁਕੜੀ ਦੀ ਨੁਮਾਇੰਦਗੀ 14ਵੀਂ ਬਟਾਲੀਅਨ ਗੜਵਾਲ ਰਾਈਫਲਸ ਪੱਛਮੀ ਕਮਾਂਡ ਦੁਆਰਾ ਕੀਤੀ ਗਈ ਹੈ। ਠੀਕ ਹੈ, ਤੇ ਤੀਜਾ ਸੰਸਕਰਣ 2022 ਜਿਹੜਾ ਇਹਦਾ ਤੀਜਾ ਸੰਸਕਰਣ ਹੋਇਆ ਸੀ ਉਹ 2022 ਚ ਹੋਇਆ ਸੀਗਾ। ਤੇ ਕਿੱਥੇ ਹੋਇਆ ਸੀ, ਉਜ਼ਬੇਕਿਸਤਾਨ ਦੇ ਵਿੱਚ। ਤੇ ਉਜ਼ਬੇਕਿਸਤਾਨ ਦੇ ਯੰਗਿਆਰਿਕ ਦੇ ਵਿੱਚ ਹੋਇਆ ਸੀ, ਇਹ ਵੀ ਤੁਸੀਂ ਧਿਆਨ ਰੱਖਣਾ। ਨੈਕਸਟ ਹੈ ਜੀ, ਕਿਹੜਾ ਦੇਸ਼ ਪਹਿਲੀ ਵਾਰ
ਮਾਲਾਬਾਰ ਮਲਟੀਲੇਟਰਲ ਨੇਵਲ ਐਕਸਰਸਾਈਜ਼ 2023 ਦੀ ਮੇਜ਼ਬਾਨੀ ਕਰੇਗਾ। ਜਿੱਥੇ ਪਹਿਲੀ ਵਾਰ ਆ ਗਿਆ ਨਾ ਉਹ MCQ ਆਪਦੇ ਆਪ ਦੇ ਵਿੱਚ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ, ਤਾਂ ਉਹਨੂੰ ਚਾਹੇ ਨੋਟ ਕਰ ਲਿਓ। ਠੀਕ ਹੈ, ਕਿਹੜਾ ਦੇਸ਼ ਪਹਿਲੀ ਵਾਰ ਮਾਲਾਬਾਰ ਮਲਟੀਲੇਟਰਲ ਨੇਵਲ ਐਕਸਰਸਾਈਜ਼ 2023 ਦੀ ਮੇਜ਼ਬਾਨੀ ਕਰੇਗਾ? ਤਾਂ ਇਹ ਕਰੇਗਾ ਆਸਟ੍ਰੇਲੀਆ। ऑप्शन नंबर ए इज द राइट आंसर। ठीक है जी, तो हुण फैक्ट पढ़ लेने आ। ये 1992 ਦੇ ਵਿੱਚ ਸ਼ੁਰੂ ਹੋਈ ਇੱਕ ਬਹੁਪੱਖੀ ਜੰਗ ਆ। ਬਹੁਪੱਖੀ ਜੰਗ ਖੇਡਦਾ ਜਲ ਸੈਨਾ ਦਾ ਮਤਲਬ ਕੀ ਹੈ ਕਿ ਇਹ ਬਹੁਪੱਖੀ ਅਭਿਆਸ ਆ। ਬਹੁਪੱਖੀ ਅਭਿਆਸ ਦਾ ਮਤਲਬ ਹੁੰਦਾ ਕਿ ਇਹਦੇ ਵਿੱਚ ਬਹੁਤ ਸਾਰੇ ਦੇਸ਼ ਆ ਜਿਹੜੇ ਪਾਰਟਿਸਿਪੇਟ ਕਰਦੇ ਆ। ਠੀਕ ਹੈ, ਤੇ ਇਸ ਦਾ ਇਹ 27ਵਾਂ ਐਡੀਸ਼ਨ ਆ ਤੇ ਇਹ ਪਹਿਲਾ ਜਿਹੜਾ 2022 ਦਾ ਹੋਇਆ ਸੀਗਾ ਅਭਿਆਸ, ਤਾਂ ਇਹ ਕਿੱਥੇ ਹੋਇਆ ਸੀ? ਜਾਪਾਨ ਦੇ ਵਿੱਚ ਹੋਇਆ ਸੀ। ਠੀਕ ਹੈ, 2022 ਦੇ ਵਿੱਚ। ਨੈਕਸਟ ਹੈ ਜੀ, परमाणु रसायनिक ਅਤੇ ਜੈਵਿਕ आतंकवादी ਹਮਲਿਆਂ ਤੋਂ ਬਚਣ ਲਈ ਭਾਰਤ ਅਤੇ ਕਿਸ ਦੇਸ਼ ਦੀ ਸੈਨਾ ਵਿਚਕਾਰ ਪਹਿਲੀ ਵਾਰ ਕਵਿਵਰਰ ਐਕਸਰਸਾਈਜ਼ ਦਾ ਆਯੋਜਨ ਕੀਤਾ ਗਿਆ? ਹਾਂਜੀ, ਪਰਮਾਣੂ ਰਸਾਇਣਿਕ ਜੈਵਿਕ आतंकवादी ਹਮਲਿਆਂ ਤੋਂ ਬਚਣ ਦੇ ਲਈ ਭਾਰਤ ਅਤੇ ਅਮਰੀਕਾ ਦੇਸ਼ ਦੇ ਵਿਚਕਾਰ ਪਹਿਲੀ ਵਾਰ ਕਵਿਵਰਰ ਐਕਸਰਸਾਈਜ਼ ਦਾ ਆਯੋਜਨ ਕੀਤਾ ਗਿਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਤੇ ਇੰਪੋਰਟੈਂਟ ਫੈਕਟ ਪੜ੍ਹ ਲੈਂਦੇ ਆ ਇਹਦੇ ਵਿੱਚ ਕਿਹੜੀਆਂ ਫੌਜਾਂ ਸ਼ਾਮਿਲ ਹੋਈਆਂ? ਭਾਰਤੀ ਬਲੈਕ ਕੈਂਟ ਕਮਾਂਡੋਜ਼ ਐਂਡ ਅਮਰੀਕੀ। ਠੀਕ ਹੈ, ਤੇ ਸਪੈਸ਼ਲ ਆਪਰੇਸ਼ਨ ਫੋਰਸ ਵੀ ਇਸ ਦੇ ਵਿੱਚ ਸ਼ਾਮਿਲ ਹੋਈ ਆ। ਇਸ ਤੋਂ ਇਲਾਵਾ ਸਥਾਨ ਕਿੱਥੇ ਹੋਈ ਆ ਇਹ? ਤਮਿਲਨਾਡੂ ਦੇ ਚੇਨਈ ਦੇ ਵਿੱਚ। ਕਿੰਨਵਾਂ ਐਡੀਸ਼ਨ ਹੋਇਆ? 6ਵਾਂ ਹੋਇਆ। ਨੈਕਸਟ ਹੈ ਜੀ, ਭਾਰਤ ਅਤੇ ਕਿਸ ਦੇਸ਼ ਦੇ ਸੁਰੱਖਿਆ ਬਲਾਂ ਵਿਚਕਾਰ ਪਹਿਲਾ ਫੌਜੀ ਅਭਿਆਸ ਸਾਈਕਲੋਨ 1? ਵੈਰੀ ਇੰਪੋਰਟੈਂਟ। ਹਾਂਜੀ, ਸਾਈਕਲੋਨ 1 ਕਿਹੜੇ ਦੇਸ਼ ਦੇ ਵਿਚਕਾਰ ਆਯੋਜਿਤ ਕੀਤਾ ਗਿਆ? ਭਾਰਤ ਅਤੇ ਸੁਰੱਖਿਆ ਬਲਾਂ ਵਿਚਕਾਰ ਪਹਿਲਾ ਫੌਜੀ ਅਭਿਆਸ ਸਾਈਕਲੋਨ 1 ਆ ਜਿਹੜਾ, ਇਹ ਭਾਰਤ ਅਤੇ ਮਿਸਰ ਦੀ ਸੈਨਾ ਦੇ ਵਿਚਕਾਰ ਆਯੋਜਿਤ ਕੀਤਾ ਗਿਆ। ਆਪਸ਼ਨ ਸੀ। ਹੁਣ ਮਿਸਰ ਸੁਣ ਕੇ ਯਾਦ ਆਇਆ, ਇਸ ਵਾਰ 26 ਜਨਵਰੀ ਨੂੰ ਰਿਪਬਲਿਕ ਡੇ ਤੇ ਮਿਸਰ ਦੇ ਜਿਹੜੇ ਰਾਸ਼ਟਰਪਤੀ ਆ, ਮਿਸਰ ਜਿਹਨੂੰ ਅਸੀਂ ਇਜਿਪਟ ਵੀ ਬੋਲ ਦਿੰਨੇ ਆ, ਅਬਦੁਲ ਫਤਿਹ ਅਲ ਸੀਸੀ ਸਾਡੇ ਚੀਫ ਗੈਸਟ ਰਹੇ ਸੀ। ਠੀਕ ਹੈ, ਇਹਨੂੰ ਵੀ ਤੁਸੀਂ ਕਦੇ ਨਾ ਭੁੱਲਣਾ। ਤੇ ਇਹ ਹੁਣ ਐਕਸਟਰਾ ਫੈਕਟ ਪੜ੍ਹ ਲੈਂਦੇ ਆ ਸਾਈਕਲੋਨ ਅਭਿਆਸ ਦੇ, ਜਿਹੜਾ ਕਿ ਭਾਰਤ ਅਤੇ ਮਿਸਰ ਦੇ ਵਿਚਕਾਰ ਹੋਇਆ। ਇਹ ਰਾਜਸਥਾਨ ਦੇ ਵਿੱਚ ਹੋਇਆ ਤੇ ਇਹਦਾ ਪਹਿਲਾ ਸੰਸਕਰਨ ਸੀ। ਨੈਕਸਟ ਹੈ ਜੀ, ਭਾਰਤ ਅਤੇ ਕਿਸ ਦੇਸ਼ ਦੀ ਫੌਜ ਵਿਚਕਾਰ ਸੰਯੁਕਤ ਸਿਖਲਾਈ ਅਭਿਆਸ ਸੂਰਿਆ ਕਿਰਨ? ਹਾਂਜੀ, ਸੂਰਿਆ ਕਿਰਨ 16 ਦਾ ਆਯੋਜਨ ਕੀਤਾ ਗਿਆ। ਵੈਰੀ ਇੰਪੋਰਟੈਂਟ। ਹਾਂਜੀ, ਸੂਰਿਆ ਕਿਰਨ ਨਾਮ ਦਾ ਜਿਹੜਾ ਅਭਿਆਸ ਆ, ਜਦ ਵੀ ਆਪਾਂ ਨੇਪਾਲ ਦੀ ਗੱਲ ਕਰਦੇ ਹਾਂ ਕਰੰਟ ਅਫੇਅਰ 'ਚ, ਤਾਂ ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹਾਂ ਕਿ ਭਾਰਤ ਅਤੇ ਨੇਪਾਲ ਦੇ ਵਿਚਕਾਰ ਸੂਰਿਆ ਕਿਰਨ ਨਾਮ ਦਾ ਡਿਫੈਂਸ ਐਕਸਰਸਾਈਜ਼ ਹੁੰਦੀ ਆ। ਠੀਕ ਹੈ, ਤੇ ਹੁਣ ਜਿਹੜੀ ਸੂਰਿਆ ਕਿਰਨ ਨਾਮ ਦੀ ਡਿਫੈਂਸ ਐਕਸਰਸਾਈਜ਼ ਉਹ ਕਿਹਦੇ ਵਿਚਕਾਰ ਹੁੰਦੀ ਆ? ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ, ਨੇਪਾਲ ਦੇ ਵਿਚਕਾਰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਨੇਪਾਲ। ਠੀਕ ਹੈ, ਸੂਰਿਆ ਕਿਰਨ 16 ਨਾਮ ਦੀ ਇਹਦੀ ਜਿਹੜੀ ਪੂਰਾ ਨਾਮ ਤੁਸੀਂ ਯਾਦ ਰੱਖਣਾ, 2023 ਦੇ ਵਿੱਚ ਹੋਇਆ ਸੂਰਿਆ ਕਿਰਨ 16, ਨੇਪਾਲ ਅਤੇ ਭਾਰਤ ਦੇ ਵਿਚਕਾਰ। ਤੇ ਕਿਹੜੇ ਸਥਾਨ ਤੇ ਹੋਇਆ? ਇਹ ਨੇਪਾਲ ਦੇ ਇੱਕ ਨੇਪਾਲ ਆਰਮੀ ਬੈਟਲ ਸਕੂਲ ਜਾਂ ਆਪਾਂ ਸਲਝੰਡੀ ਵੀ ਬੋਲ ਸਕਦੇ ਹਾਂ ਵਿੱਚ ਹੋਇਆ। ਇਹਦਾ ਜਿਹੜਾ ਇਹ ਹੋਇਆ ਵਾ 16ਵਾਂ ਐਡੀਸ਼ਨ ਹੋਇਆ। 15ਵਾਂ ਹੋਇਆ ਸੀ ਆਪਣੇ ਉੱਤਰਾਖੰਡ ਦੇ ਵਿੱਚ ਪਿਥੌਰਾਗੜ੍ਹ ਦੇ ਵਿੱਚ। ਨੈਕਸਟ ਹੈ ਜੀ, ਭਾਰਤ ਅਤੇ ਕਿਸ ਦੇਸ਼ ਦੀ ਫੌਜ ਵਿਚਕਾਰ ਸਾਂਝੇ ਫੌਜੀ ਅਭਿਆਸ ਕਾਜ਼ਿੰਦ ਦਾ ਆਯੋਜਨ ਕੀਤਾ ਗਿਆ? ਹਾਂਜੀ, ਭਾਰਤ ਅਤੇ ਕਿਹੜੇ ਦੇਸ਼ ਦੇ ਵਿਚਕਾਰ ਕਾਜ਼ਿੰਦ ਨਾਮ ਦਾ ਅਭਿਆਸ ਹੁੰਦਾ? ਇਹ ਤਾਂ ਵੈਸੇ ਬੇਸਿਕ ਨੌਲੇਜ ਦੇ ਪੁਆਇੰਟ ਆਫ ਵਿਊ ਤੋਂ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਚਲੋ ਹੁਣ ਤਾਂ ਆਪਾਂ ਗੱਲ ਕਰ ਰਹੇ ਹਾਂ ਕਿ ਕਿੱਥੇ ਹੋ ਰਹੇ ਆ 2023 ਦੇ। ਠੀਕ ਹੈ, ਤਾਂ ਭਾਰਤ ਅਤੇ ਕਜ਼ਾਕਿਸਤਾਨ ਦੇ ਵਿਚਕਾਰ ਸਾਂਝੀ ਫੌਜੀ ਅਭਿਆਸ ਕਾਜ਼ਿੰਦ ਦਾ ਆਯੋਜਨ ਕੀਤਾ ਗਿਆ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਤੇ ਕਾਜ਼ਿੰਦ ਦੀ ਫੁੱਲ ਫਾਰਮ ਤੁਸੀਂ ਯਾਦ ਰੱਖਣਾ, ਨਾਮ ਤੋਂ ਹੀ ਕਲੀਅਰ ਹੋ ਜਾਣਾ ਵੈਸੇ ਤਾਂ ਤੁਹਾਨੂੰ। ਕਜ਼ਾਕਿਸਤਾਨ ਐਂਡ ਇੰਡੀਆ, ਇਹਨਾਂ ਤੋਂ ਮਿਲ ਕੇ ਬਣਿਆ ਕਾਜ਼ਿੰਦ। ਠੀਕ ਹੈ, ਤੇ ਇਸ ਕਿਹੜੇ ਸਥਾਨ ਤੇ ਹੋਇਆ? ਮੇਘਾਲਿਆ ਦੇ ਉਮਰੋਈ ਦੇ ਵਿੱਚ ਹੋਇਆ। ਕਿੰਨਵਾਂ ਐਡੀਸ਼ਨ ਸੀ? 6ਵਾਂ। ਭਾਰਤੀ ਫੌਜ ਦੇ ਸਿਪਾਹੀ 11 ਗੋਰਖ ਰਾਈਫਲ ਦੇ ਸਿਪਾਹੀਆਂ ਨੇ ਇਹਨਾਂ ਦੇ ਵਿੱਚ ਪਾਰਟਿਸਿਪੇਟ ਕੀਤਾ। ਠੀਕ ਹੈ, ਤਾਂ ਹਾਂਜੀ, ਜੇਕਰ ਤੁਹਾਨੂੰ ਮਿਹਨਤ ਦਿਖ ਰਹੀ ਆ ਸੱਚਮੁੱਚ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਕਿਉਂਕਿ ਬਹੁਤ ਹੀ ਜ਼ਿਆਦਾ ਮਿਹਨਤ ਦੇ ਨਾਲ ਇਹ ਵੀਡੀਓ ਆ ਜਿਹੜੀ ਮੈਂ ਤਿਆਰ ਕੀਤੀ ਆ। ਹਾਂਜੀ, ਨੈਕਸਟ ਹੈ ਸੰਯੁਕਤ ਜਲ ਸੈਨਾ ਫੌਜੀ ਅਭਿਆਸ ਮੌਸੀ 2, ਇਹ ਕਿਹੜੇ ਦੇਸ਼ਾਂ ਦੇ ਵਿਚਕਾਰ ਆਯੋਜਿਤ ਕੀਤਾ ਗਿਆ? ਸੰਯੁਕਤ ਜਲ ਸੈਨਾ ਫੌਜੀ ਅਭਿਆਸ ਮੌਸੀ 2, ਇਹ ਦੋ ਦੇਸ਼ ਕਿਹੜੇ ਦੇਸ਼ਾਂ ਦੇ ਵਿਚਕਾਰ ਆ ਜਿਹੜਾ ਆਯੋਜਿਤ ਹੋਇਆ ਅਭਿਆਸ? ਇਹ ਹੋਇਆ ਰੂਸ, ਚੀਨ,
ਦੱਖਣੀ ਅਫਰੀਕਾ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਤੇ ਕਿੱਥੇ ਹੋਇਆ? ਹਿੰਦ ਮਹਾਸਾਗਰ ਦੇ ਵਿੱਚ। ਠੀਕ ਹੈ, ਨੈਕਸਟ ਹੈ ਜੀ, ਭਾਰਤ ਅਤੇ ਕਿਸ ਦੇਸ਼ ਦੀ ਜਲ ਸੈਨਾ ਵਿਚਕਾਰ ਸੰਯੁਕਤ ਜਲ ਸੈਨਾ ਅਭਿਆਸ ਵਰੁਣ 2023 ਦਾ ਆਯੋਜਨ ਕੀਤਾ ਗਿਆ? ਹਾਂਜੀ, ਵਰੁਣ 2023। ਇਸ ਦਾ ਆਯੋਜਨ ਭਾਰਤ ਅਤੇ ਫਰਾਂਸ ਦੀ ਜਲ ਸੈਨਾ ਦੇ ਵਿਚਕਾਰ ਹੋਇਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਭਾਰਤ ਅਤੇ ਫਰਾਂਸ ਦੇ ਵਿਚਕਾਰ ਇੱਕ ਹੋਰ ਵੀ ਡਿਫੈਂਸ ਐਕਸਰਸਾਈਜ਼ ਹੁੰਦੀ ਆ, ਉਹਦਾ ਨਾਮ ਕੀ ਆ? ਉਹਦਾ ਨਾਮ ਆ ਸ਼ਕਤੀ ਐਕਸ। ਠੀਕ ਹੈ, ਤੇ ਜਿਹੜੀ ਸ਼ਕਤੀ ਡਿਫੈਂਸ ਐਕਸਰਸਾਈਜ਼ ਆ ਆਰਮੀ ਐਕਸਰਸਾਈਜ਼ ਆ, ਤੇ ਜਿਹੜੀ ਇੱਕ ਹੋਰ ਹੁੰਦੀ ਆ ਉਹਦਾ ਨਾਮ ਆ, ਇਹ ਹੈਗੀ ਆ ਵਰੁਣ, ਉਹਦਾ ਨਾਮ ਆ ਗਰੁਣ। ਤੇ ਜਿਹੜੀ ਗਰੁਣ ਆ ਉਹ 에ਅਰ ਫੋਰਸ ਦੇ ਵਿਚਕਾਰ ਹੁੰਦੀ ਆ। ਠੀਕ ਹੈ, ਹਾਂਜੀ, ਹੁਣ ਆਪਾਂ ਗੱਲ ਇੰਪੋਰਟੈਂਟ ਫੈਕਟ ਵੀ ਕਰ ਲੈਂਦੇ ਆ। ਇਹ ਕਿੱਥੇ ਹੋਈ ਆ? ਹਿੰਦ ਮਹਾਸਾਗਰ 'ਚ। ਤੇ ਇਸ ਦਾ ਐਡੀਸ਼ਨ ਕਿੰਨਵਾਂ ਸੀ? 21ਵਾਂ। ਭਾਰਤ ਅਤੇ ਫਰਾਂਸ ਦੀਆਂ ਜਲ ਸੈਨਾਵਾਂ ਵਿਚਕਾਰ ਦੁਬੱਲੇ ਅਭਿਆਸ 1993 ਦੇ ਵਿੱਚ ਸ਼ੁਰੂ ਹੋਏ ਸੀ ਤੇ ਇਹਨਾਂ ਦਾ ਨਾਮ 2001 ਦੇ ਵਿੱਚ ਵਰੁਣ ਰੱਖਿਆ ਗਿਆ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਹੈ ਜੀ, ਬਹੁ-ਰਾਸ਼ਟਰੀ ਫੌਜੀ ਅਭਿਆਸ ਸੀ ਡਰਗੇਨ। ਹਾਂਜੀ, ਬਹੁ-ਰਾਸ਼ਟਰੀ ਫੌਜੀ ਅਭਿਆਸ ਆ। ਬਹੁ-ਰਾਸ਼ਟਰੀ ਦਾ ਮਤਲਬ ਕੀ ਹੈ ਕਿ ਜ਼ਿਆਦਾ ਦੇਸ਼ਾਂ ਨੇ ਪਾਰਟਿਸਿਪੇਟ ਕੀਤਾ ਹੋਣਾ ਇਸ ਦੇ ਵਿੱਚ। ਠੀਕ ਹੈ, ਤਾਂ ਇਸ ਕਰਕੇ ਬਹੁ-ਰਾਸ਼ਟਰੀ ਲਿਖਿਆ। ਬਹੁ-ਰਾਸ਼ਟਰੀ ਫੌਜੀ ਅਭਿਆਸ ਸੀ ਡਰੈਗਨ 23 ਕਿਹੜੇ ਦੇਸ਼ਾਂ ਵਿਚਕਾਰ ਆਯੋਜਿਤ ਕੀਤਾ ਗਿਆ? ਦੱਖਣੀ ਕੋਰੀਆ, ਅਮਰੀਕਾ, ਇੰਡੀਆ। ਯਾਨੀ ਕਿ ਉਪਰੋਕਤ ਸਾਰੇ ਹੀ ਇਸ ਦਾ ਰਾਈਟ ਆਨਸਰ ਹੈ। ਠੀਕ ਹੈ, ਤੇ ਐਕਸਟਰਾ ਫੈਕਟ ਦੇਖ ਲੈਂਦੇ ਆ। ਕਿਹੜੇ ਸਥਾਨ ਤੇ ਹੋਇਆ? ਅਮਰੀਕਾ ਦੇ ਵਿੱਚ। ਐਡੀਸ਼ਨ ਕਿੰਨਵਾਂ ਸੀ? 3। ਕਿਹੜੀਆਂ ਫੌਜਾਂ ਸ਼ਾਮਿਲ ਹੋਈਆਂ? ਜਲ ਸੈਨਾ। ਨੈਕਸਟ ਹੈ ਜੀ, ਭਾਰਤ ਅਤੇ ਕਿਸ ਦੇਸ਼ ਦੀ ਸੈਨਾ ਵਿਚਕਾਰ ਸੰਯੁਕਤ ਯੁੱਧ ਅਭਿਆਸ ਬੋਲਡ ਕੁਰੂਕਸ਼ੇਤਰ ਦਾ ਆਯੋਜਨ ਕੀਤਾ ਗਿਆ? ਹਾਂਜੀ, ਭਾਰਤ ਅਤੇ ਸਿੰਗਾਪੁਰ ਦੀ ਸੈਨਾ ਦੇ ਵਿਚਕਾਰ ਸੰਯੁਕਤ ਯੁੱਧ ਅਭਿਆਸ ਬੋਲਡ ਕੁਰੂਕਸ਼ੇਤਰ ਦਾ ਆਯੋਜਨ ਕੀਤਾ ਗਿਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਸਿੰਗਾਪੁਰ। ਸਿੰਗਾਪੁਰ ਦੀ ਕੈਪੀਟਲ ਕੀ ਆ? ਸਿੰਗਾਪੁਰੀਅਨ ਸਿਟੀ। ਹੁਣ ਆਪਾਂ ਇਸ ਦੇ ਇੰਪੋਰਟੈਂਟ ਫੈਕਟ ਦੀ ਗੱਲ ਕਰੀਏ ਤਾਂ ਇਹ ਕਿੱਥੇ ਹੋਇਆ ਅਭਿਆਸ? ਜੋਧਪੁਰ ਦੇ ਵਿੱਚ ਹੋਇਆ, ਰਾਜਸਥਾਨ ਦੇ। ਕਿੰਨਵਾਂ ਐਡੀਸ਼ਨ ਸੀ? 13ਵਾਂ। ਤੇ ਕਿਹੜੀਆਂ-ਕਿਹੜੀਆਂ ਫੌਜਾਂ ਸ਼ਾਮਿਲ ਹੋਈਆਂ? ਭਾਰਤੀ ਫੌਜ ਸ਼ਾਮਿਲ ਹੋਈ ਹੈ ਇਹਦੇ 'ਚ। ਨੈਕਸਟ ਹੈ ਜੀ, ਹਾਂਜੀ, ਬਹੁਪੱਖੀ। ਫਿਰ ਬਹੁਪੱਖੀ ਲਿਖਿਆ ਮਤਲਬ ਕਿ ਇੱਕ ਤੋਂ ਜ਼ਿਆਦਾ ਦੇਸ਼ਾਂ ਦੇ ਵਿਚਕਾਰ ਹੋਇਆ। ਬਹੁਪੱਖੀ ਸਮੁੰਦਰੀ ਅਭਿਆਸ ਲਾ ਪੈਰੋਜ਼ ਦਾ 3 ਐਡੀਸ਼ਨ ਕਿੱਥੇ ਆਯੋਜਿਤ ਕੀਤਾ ਗਿਆ? ਹਾਂਜੀ, ਬਹੁਪੱਖੀ ਸਮੁੰਦਰੀ ਅਭਿਆਸ ਲਾ ਪੈਰੋਜ਼ ਦਾ ਜਿਹੜਾ 3 ਐਡੀਸ਼ਨ ਆ ਇਹ ਕਿੱਥੇ ਆਯੋਜਿਤ ਕੀਤਾ ਗਿਆ? ਹਿੰਦ ਮਹਾਸਾਗਰ ਦੇ ਵਿੱਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਤੇ ਇੰਪੋਰਟੈਂਟ ਫੈਕਟ ਪੜ੍ਹਦੇ ਆ, ਇਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਫੌਜਾਂ ਸ਼ਾਮਿਲ ਹੋਈਆਂ? ਰਾਇਲ ਆਸਟ੍ਰੇਲੀਅਨ ਨੇਵੀ, ਫ੍ਰੈਂਚ ਨੇਵੀ, ਇੰਡੀਅਨ ਨੇਵੀ, ਜਾਪਾਨੀ ਸਮੁੰਦਰੀ ਸਵੇ ਰੱਖਿਆ ਬਲ, ਰਾਇਲ ਨੇਵੀ ਅਤੇ ਸੰਯੁਕਤ ਰਾਜ ਨੇਵੀ। ਠੀਕ ਹੈ, ਨੈਕਸਟ ਹੈ ਜੀ, ਭਾਰਤੀ ਜਲ ਸੈਨਾ ਨੇ ਸਭ ਤੋਂ ਵੱਡੇ 2 ਸਾਲਾਂ ਸਮੁੰਦਰੀ ਅਭਿਆਸ ਟ੍ਰੋਪੈਕਸ 2023 ਦਾ ਆਯੋਜਨ ਕਿੱਥੇ ਕੀਤਾ? ਹਾਂਜੀ, ਭਾਰਤੀ ਜਲ ਸੈਨਾ ਨੇ ਸਭ ਤੋਂ ਵੱਡੇ 2 ਸਾਲਾਂ ਸਮੁੰਦਰੀ ਅਭਿਆਸ, 2 ਸਾਲਾਂ ਦਾ ਮਤਲਬ ਹੈ ਇੱਥੇ ਕਿ ਇਹ 2 ਸਾਲਾਂ ਵਿੱਚ ਇੱਕ ਵਾਰ ਹੁੰਦਾ। ਠੀਕ ਹੈ, ਇਹ ਜ਼ਰੂਰ ਸਮਝਣਾ ਕਿ 2 ਸਾਲਾਂ ਦੇ ਵਿੱਚ ਇੱਕ ਵਾਰ ਹੁੰਦਾ। ਠੀਕ ਹੈ, 2 ਸਾਲਾਂ ਦਾ ਮਤਲਬ ਹੈ। ਤੇ ਭਾਰਤ ਅਤੇ ਜੇ ਆਪਾਂ ਗੱਲ ਕਰੀਏ ਇਸ ਦੀ, ਹਾਂਜੀ, ਜਿਹੜਾ ਟ੍ਰੋਪੈਕਸ 2023 ਅਭਿਆਸ ਆ ਇਹ ਭਾਰਤੀ ਜਲ ਸੈਨਾ ਨੇ ਸਭ ਤੋਂ ਵੱਡੇ 2 ਸਾਲਾਂ ਸਮੁੰਦਰੀ ਅਭਿਆਸ ਟ੍ਰੋਪੈਕਸ 2023 ਦਾ ਆਯੋਜਨ ਹਿੰਦ ਮਹਾਸਾਗਰ ਵਿੱਚ ਕੀਤਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਹਦੇ ਇੰਪੋਰਟੈਂਟ ਫੈਕਟ ਕੀ ਹੈ ਕਿ ਜਿਹੜਾ ਟ੍ਰੋਪੈਕਸ ਅਭਿਆਸ ਹੈ 2 ਸਾਲਾਂ ਵਿੱਚ ਇੱਕ ਵਾਰ ਆਯੋਜਿਤ ਕੀਤਾ ਜਾਂਦਾ। ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਫੌਜਾਂ ਸ਼ਾਮਿਲ ਹੋਈਆਂ? ਭਾਰਤੀ ਜਲ ਸੈਨਾ, ਭਾਰਤੀ ਹਵਾਈ ਸੈਨਾ ਅਤੇ ਭਾਰਤੀ ਤੱਟ ਰੱਖਿਅਕ। ਠੀਕ ਹੈ, ਤੁਹਾਡੇ ਲਈ ਇੰਪੋਰਟੈਂਟ ਇਹ ਆ ਕਿ ਅਭਿਆਸ ਕਿਹੜੇ-ਕਿਹੜੇ ਦੇਸ਼ਾਂ ਦੇ ਵਿਚਕਾਰ ਹੁੰਦਾ, ਅਭਿਆਸ ਦਾ ਨਾਮ ਕੀ ਆ, ਕਿਹੜੇ ਸਥਾਨ ਤੇ ਹੋਇਆ। ਠੀਕ ਹੈ, ਇਹ ਮੈਂ ਬਾਕੀ ਤੁਹਾਡਾ ਜੋ ਫੈਕਟ ਆ ਉਹ ਤੁਹਾਡੀ ਨੌਲੇਜ ਦੇ ਲਈ ਦੱਸਦੀ ਹਾਂ। ਨੈਕਸਟ ਹੈ, ਭਾਰਤ ਅਤੇ ਕਿਸ ਦੇਸ਼ ਦੀ ਫੌਜ ਵਿਚਕਾਰ ਪਹਿਲੀ ਸਾਂਝੀ ਫੌਜੀ ਅਭਿਆਸ ਫ੍ਰਿੰਜੈਕਸ 23 ਦਾ ਆਯੋਜਨ ਕੀਤਾ ਗਿਆ? ਹਾਂਜੀ, ਭਾਰਤ ਅਤੇ ਫਰਾਂਸ ਦੇ ਵਿਚਕਾਰ ਪਹਿਲੀ ਸਾਂਝੀ ਫੌਜੀ ਅਭਿਆਸ ਫ੍ਰਿੰਜੈਕਸ 23 ਦਾ ਜਿਹੜਾ ਆਯੋਜਨ ਕੀਤਾ ਗਿਆ। ਆਪਸ਼ਨ ਸੀ ਬੀ ਇਸ ਦਾ ਰਾਈਟ ਆਨਸਰ ਹੈ ਕਿ ਫਰਾਂਸ। ਠੀਕ ਹੈ, ਹੁਣ ਇਹ ਫਰਾਂਸ ਦੇ ਵਿਚਕਾਰ ਹੋਇਆ ਵਾ ਤਾਂ ਇੰਪੋਰਟੈਂਟ ਫੈਕਟ ਪੜ੍ਹਦੇ ਆ। ਕੀ ਨਾਮ ਸੀਗਾ ਇਸ ਦਾ? ਫ੍ਰਿੰਜੈਕਸ। ਇਸ ਦੀ ਫੁੱਲ ਫਾਰਮ ਕੀ ਆ? ਇੰਡੋ ਫਰਾਂਸ ਜੁਆਇੰਟ ਮਿਲਟਰੀ ਐਕਸਰਸਾਈਜ਼। ਕਿਹੜੇ ਸਥਾਨ ਤੇ ਹੋਇਆ? ਕੇਰਲ ਦੇ ਤ੍ਰਿਵੰਤਮਪੁਰਮ ਦੇ ਵਿੱਚ। ਤੇ ਕਿਹੜਾ ਸੰਸਕਰਨ ਸੀ? ਪਹਿਲਾ। ਵੈਰੀ ਇੰਪੋਰਟੈਂਟ, ਜਿੱਥੇ ਪਹਿਲਾ ਆ ਗਿਆ ਉਹ MCQ ਨੂੰ ਕਦੇ ਵੀ ਨਾ ਛੱਡਣਾ, ਨੋਟ ਕਰ ਲਿਓ। ਨੈਕਸਟ ਹੈ ਜੀ, ਭਾਰਤ ਅਤੇ ਕਿਸ ਦੇਸ਼ ਦੀ ਹਵਾਈ ਸੈਨਾ ਵਿਚਕਾਰ ਸੀਨੀਓ ਮੈਤਰੀ
ਅਭਿਆਸ ਦਾ ਆਯੋਜਨ ਕੀਤਾ ਗਿਆ। ਹਾਂਜੀ, ਭਾਰਤ ਅਤੇ ਜਾਪਾਨ ਦੀ ਹਵਾਈ ਸੈਨਾ ਦੇ ਵਿਚਕਾਰ ਸੀਨੀਓਮੈਟਰੀ ਅਭਿਆਸ ਦਾ ਆਯੋਜਨ ਕੀਤਾ ਗਿਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਜਾਪਾਨ। ठीक है, भारत और जापान के विचकार होर किहड़ी डिफेंस एक्सरसाइज होंदी है? धर्म गार्डियन। ये भी तुसीं याद रखना। ठीक है, तो इंपोर्टेंट फैक्ट देख लैंदे आ, इहदे विच किहड़ी-किहड़ी सेना शामिल हुई आ? भारतीय हवाई सेना एंड जापान की हवाई सेना ते रखिया बल किहड़े स्थान ते होया? जापान के कोमात्सू विच होया। नैक्सट है जी, बहुपक्षी हवाई फौजी अभ्यास एक्सरसाइज डेजर्ट फ्लैग 8 कित्थे आयोजित किया गया? हाँ जी, ये बहुपक्षी हवाई फौजी अभ्यास है जिसका नाम डेजर्ट फ्लैग 8। ये कित्थे आयोजित किया गया? संयुक्त अरब अमीरात यानी कि UAE। ऑप्शन डी इज द राइट आंसर। इंपॉर्टेंट फैक्ट देख लेने आ, UAE, फ्रांस, भारत, कुवैत, आस्ट्रेलिया, ब्रिटेन, बहरीन, मोरक्को, स्पेन, कोरिया गणराज ਅਤੇ अमेरिका ਦੀਆਂ हवाई फौजां ने इस दे विच पार्टिसिपेट किया। नैक्सट है जी, ਕਿਹੜਾ देश बहुपक्षी हवाई फौजी अभ्यास कोबरा वॉरियर 2023 की मेज़बानी करेगा? हाँ जी, कोबरा वॉरियर 2023 की मेज़बानी करेगा, ये करेगा ब्रिटेन। ऑप्शन नंबर इस दे विच राइट आंसर है जी बी, UK। ठीक है, UK नूं आपां ब्रिटेन भी बोल दिंदे आ, इंग्लैंड भी लिखे आ सकदा, तो ध्यान रखियो। इंपॉर्टेंट फैक्ट की है कि इस फौजी अभ्यास विच भारत, फिनलैंड, स्वीडन, दक्षिणी अफ्रीका, अमेरिका ते सिंगापुर एयर फोर्सिस हिस्सा लैणगे। नैक्सट है जी, भारत ਅਤੇ अफ्रीकी महाद्वीपी देशों विचकार संयुक्त फौजी अभ्यास अफिंडेक्स 2023 कित्थे आयोजित किया गया? हाँ जी, भारत ਅਤੇ अफ्रीकी महाद्वीपी देशों के विचकार संयुक्त फौजी अभ्यास आ जिहड़ा ਇਹ जिसका नाम अफिंडेक्स 2023 आयोजित किया गया महाराष्ट्र के पुणे दे विच। ऑप्शन बी इज द राइट आंसर। हुण ये आपां गल कर रहे हैं इसकी इंपॉर्टेंट फैक्ट की कि किहड़ा एडिशन सी, ये दूजा सी, पहला एडिशन 2019 होया सी। ठीक है, नैक्सट है, भारत ਅਤੇ किस देश की फौज विचकार संयुक्त विशेष बल अभ्यास गरुड़ शक्ति का आयोजन किया गया? हाँ जी, मैं तुहानूं उपर दस चुकी हाँ, गरुड़ शक्ति है जिहड़ा यह अभ्यास किहड़े-किहड़े देशों के विचकार हुंदा। एक तो आपां गरुड़ शक्ति की गल कीती सी। ठीक है, गरुड़ ते गरुण, उहदा नाम ध्यान रखना, उहदा नाम सीगा गरुण, गरुण एंड शक्ति। वो अलग अलग डिफेंस एक्सरसाइज सी जिहदे बारे मैं तुहानूं उपर दस्सिया। ये सीगी आर्मी एक्सरसाइज, ठीक है, ये सीगी एयर फोर्स एक्सरसाइज, ते ये अलग अलग एक्सरसाइज आ जिहड़ियां भारत दे विचकार हुंदियां ने, भारत ते फ्रांस दे विचकार। पर हुण इत्थे लिखिआ गरुड़, ध्यान दो, हुण लिखिआ गरुड़। जिहड़ी गरुड़ एक्सरसाइज आ ये भारत ते इंडोनेशिया दे विच, जिहड़ी गरुड़ एक्सरसाइज आ यह भारत ते इंडोनेशिया दे विचकार हुंदी आ। ऑप्शन ए इज द राइट आंसर। कित्थे हुई आ? इंडोनेशिया दे विच हुई आ ते एडिशन सीगा इहदा 8वां। नैक्सट है, किस सुरक्षा बल ने सरहद पार तो हो रहीआं अतवादी गतिविधियां ते नज़र रखण लई विशेष युद्ध अभ्यास ओप्स अलर्ट शुरू किया? हाँ जी, ओप्स अलर्ट ये किहने शुरू किया वा? ये किया वा जी BSF ने। BSF ने सरहद पार तो हो रहीआं अतवादी गतिविधियां ते नज़र रखण लई विशेष युद्ध अभ्यास ओप्स अलर्ट शुरू किया। ऑप्शन बी इज द राइट आंसर। BSF जानी कि बॉर्डर सिक्योरिटी फोर्स, इसकी स्थापना 1 दसंबर 1965 ਨੂੰ ਹੋਈ। इसका हैडकुआटर कित्थे है? नवी दिल्ली दे विच। ते इसके डायरैक्टर जनरल कौन ने? सुजोई लाल थॉसन। ते इसका मनोरथ की आ? जीवन भर की ड्यूटी। नैक्सट है जी, भारत ਅਤੇ किस देश विचकार सलीनैक्स जल सेना अभ्यास का आयोजन किया गया? हाँ जी, सलीनैक्स जल सेना अभ्यास ये हुंदा भारत ਅਤੇ श्रीलंका के विचकार। ऑप्शन नंबर डी इज द राइट आंसर। इंपॉर्टेंट पॉइंट देख लेने आ, सलीनैक्स मीनिंग श्रीलंका, इंडिया, नेपाल एक्सरसाइज। ठीक है, वेरी इंपॉर्टेंट याद रखना। तो कित्थे हुई आ? विशाखापट्टनम ਅਤੇ बंगाल की खाड़ी, ये 2 ਥਾਵਾਂ ਤੇ ਹੋਈ ਆ, विशाखापट्टनम ਦੇ ਵਿੱਚ ਵੀ ਤੇ ਬੰਗਾਲ ਦੀ ਖਾੜੀ ਦੇ ਵਿੱਚ ਵੀ। ਤੇ ਇਸ ਦਾ ਐਡੀਸ਼ਨ ਕਿੰਨਵਾਂ ਸੀ? ਇਹ 9ਵਾਂ ਸੀ। ਨੈਕਸਟ ਹੈ ਜੀ, ਭਾਰਤੀ ਹਵਾਈ ਸੈਨਾ ਅਤੇ ਕਿਸ ਦੇਸ਼ ਦੀ ਹਵਾਈ ਸੈਨਾ ਵਿਚਕਾਰ ਦੁਬੱਲੀ ਅਭਿਆਸ ਵੀਰ ਗਾਰਡੀਅਨ 2023 ਦਾ ਆਯੋਜਨ ਕੀਤਾ ਗਿਆ? हाँ जी, भारतीय हवाई सैना ਅਤੇ ਆਪਾਂ ਗੱਲ ਕਰੀਏ जापान, भारतीय हवाई सैना ਅਤੇ जापान ਦੀ हवाई सैना ਵਿਚਕਾਰ दुबल्ली हवाई अभ्यास वीर गार्डियन 23 ਦਾ ਆਯੋਜਨ ਕੀਤਾ ਗਿਆ। ऑप्शन बी इज द राइट आंसर।
फैक्ट देख लेने आ कित्थे होया जापान दे विच किन्नवां संस्करण सी पहला। नैक्सट है हाँ जी जेकर इत्थे तक तुहानूं वीडियो चंगी लगी है तो प्लीज़ वीडियो नूं लाइक अते शेयर जरूर कर देना। भारत अते किस देश की हवाई सेना विचकार दुबल्ली हवाई सेना अभ्यास गरुड़ का आयोजन किया गया। हाँ जी भारत अते किहड़े देश की सेना दे विचकार हाँ जी गरुड़ गरुड़ आ जिहड़ा एक तो आपां उपर भी गल कीती सी ना ते उत्थे सेना का भी फर्क सी। हुण आपां हवाई सेना की गल कर रहे हैं ठीक है। भारत अते किस देश की हवाई सेना विचकार दुबल्ली हवाई सेना अभ्यास गरुड़ का आयोजन किया गया तो यह होया जी फ्रांस के विचकार। ऑप्शन बी इज़ द राइट आंसर। इंपॉर्टेंट फैक्ट देख लेने ये भी तो कित्थे होया जोधपुर दे विच होया राजस्थान दे विच। हुण ये गरुड़ आ जिहड़ा ये फ्रांस के विचकार होया वा ठीक है ध्यान दो तुसी। नैक्सट इहदा एडिशन किन्नवां सी 7वां। हाँ जी भारत अते किस देश की जल सेना विचकार दुबल्ली समुद्री अभ्यास सिम्बैक्स 2022 का आयोजन किया गया। भारत अते सिंगापुर की सेना दे विचकार समुद्री अभ्यास सिम्बैक्स 2022 का आयोजन किया गया ठीक है सिंगापुर। ऑप्शन ए इज़ द राइट आंसर। तो यह भी 2 जगह पर किया गया देखते हैं कित्थे कित्थे। पहला तो सिम्बैक्स की फुल फॉर्म देखो सिंगापुर इंडिया मैरीटाइम बायलैटरल एक्सरसाइज तो कित्थे होया 2 जगह पर होया एक विशाखापट्टनम दे विच ते एक पश्चिमी बंगाल खाड़ी दे विच। ते किन्नवां एडिशन सी 29वां। नैक्सट है जी भारत अते किस देश की जल सेना के विचकार जीमैक्स नाम का एक दुबल्ला समुद्री अभ्यास आयोजित किया गया। हाँ जी भारत अते किहड़े देश की सेना के विचकार दुबल्ला समुद्री अभ्यास जिसका नाम है जीमैक्स किया गया तय किया गया भारत अते जापान की सेना के विचकार। ऑप्शन बी इज़ द राइट आंसर। इंपॉर्टेंट फैक्ट देख लें जीमैक्स की फुल फॉर्म आ जापान इंडिया मैरीटाइम एक्सरसाइज इस किहड़े स्थान पर हुई है बंगाल की खाड़ी ते हुई है तो इहदा एडिशन सी 6वां। नैक्सट है भारत अते किस देश की जल सेना विचकार दुबल्ली अभ्यास नसीम अल बा का आयोजन किया गया। हाँ जी दुबल्ली अभ्यास जिसका नाम है नसीम अल बा यह भारत अते ओमान की जल सेना के विचकार होया। ऑप्शन बी इज़ द राइट आंसर। तो ओमान किहड़े स्थान पर होया ओमान तट पर होया किन्नवां एडिशन सी 13वां। भारतीय जल सेना के जहाज़ भारतीय जल सेना का जहाज़ सीगा INS त्रिकंड ते INS सुमित्रा अते समुद्री जहाज़ शामिल होए। जहाज़ों के नाम आ जिहड़े तुसीं याद रखने आ। ते इस तो इलावा गश्ती जहाज़ डॉर्नियर भी शामिल होया डॉर्नियर। नैक्सट है भारत अते किस देश की फौज दरमियान सांझी फौजी अभ्यास आस्ट्रा हिंद का आयोजन किया गया। हाँ जी आस्ट्रा हिंद नाम तो ही क्लीयर हो रहा वा भारत अते किहड़े देश के विचकार फौजी अभ्यास आस्ट्रा हिंद का आयोजन किया गया। देखो तुसीं अपने आप ही नाम तो क्लीयर हो रहा आस्ट्रा मतलब आस्ट्रेलिया ठीक है। भारत अते आस्ट्रेलिया के विचकार आस्ट्रा हिंद का आयोजन किया गया। ऑप्शन ए इज़ द राइट आंसर। कित्थे होया राजस्थान के महान फील्ड फायरिंग रेंज दे विच। नैक्सट है जी भारत अते किस दी फौज विचकार संयुक्त फौजी अभ्यास हरिमाऊ शक्ति का आयोजन किया गया। हाँ जी हरिमाऊ शक्ति ये भारत अते किहड़े देश के विचकार एक्सरसाइज हुंदी आ भारत अते मलेशिया के विचकार। ऑप्शन ए इज़ द राइट आंसर। तो इंपॉर्टेंट फैक्ट देख लें इस बारे मलेशिया के विच हुई है तो एडिशन सी इसका 7वां। नैक्सट है जी भारत अते किस देश की फौज विचकार दुबल्ली अभ्यास अग्नि वारियर का आयोजन किया गया। हाँ जी भारत अते सिंगापुर के विचकार अग्नि वारियर का आयोजन किया गया। वेरी वेरी इंपॉर्टेंट। ऑप्शन नंबर ए इज़ द राइट आंसर। भारत अते सिंगापुर के विचकार अग्नि वारियर का अभ्यास होया वा कित्थे होया वा महाराष्ट्र के देवलाली दे विच। किन्नवां संस्करण सी 12वां। नैक्सट है जी 2 पक्षी फ्रीडम शील्ड 23 फौजी अभ्यास किहड़े 2 देशों विचकार आयोजित किया गया। हाँ जी 2 पक्षी फ्रीडम शील्ड 23 फौजी अभ्यास यह भारत दक्षिणी कोरिया ते अमेरिका के विचकार होया। दक्षिणी कोरिया अते अमेरिका। ऑप्शन डी इज़ द राइट आंसर ठीक है जी। नैक्सट है भारत अते किस देश दीयां सांझियां विशेष फौजां विचकार एक्स वज्रा प्रहार नाम का एक फौजी अभ्यास करवाया गया। तुसीं सुनिया होना जब भी आपां गल करदे आ अमेरिका की तो मैं तुहानूं
हमेशा दसदे हैं कि वज प्रहार, ठीक है, कि किहड़ी डिफेंस एक्सरसाइज आ जिहड़ी वज प्रहार नाम की भारत ते अमेरिका दे विचकार हुंदी आ। ऑप्शन ए इज द राइट आंसर है कि भारत ते अमेरिका दे विचकार एक्स वज्रा प्रहार नाम का एक साझा फौजी अभ्यास करवाया गया। कित्थे करवाया गया? हिमाचल प्रदेश के बकलौ दे विच ते किन्नवां एडिशन सी? 13वां। नैक्सट है भारतीय हवाई सेना ते किस देश की हवाई सेना विचकार पहला दुवल्ला अभ्यास उदर शक्ति आयोजित किया गया? हाँ जी, भारतीय हवाई सेना अते मलेशिया की हवाई सेना के विचकार पहला दुवल्ला अभ्यास उदर शक्ति आयोजित किया गया। ठीक है, ऑप्शन नंबर ए इज द राइट आंसर। इंपॉर्टेंट फैक्ट देख लेने हैं, किहड़े स्थान ते होया? मलेशिया दे विच होया। ते भारतीय हवाई सेना का किहड़ा जहाज शामिल होया? SU-30 MKI। नैक्सट है भारत अते किस देश विचकार संयुक्त फौजी अभ्यास एक्स संप्रति आयोजित किया गया? वेरी वेरी इंपॉर्टेंट। हाँ जी, मैं तुहानूं हमेशा ही दसदी हाँ कि संप्रति नाम की डिफेंस एक्सरसाइज भारत अते बांग्लादेश के विचकार हुंदी आ। ठीक है, तो हुण तुसीं याद रखना भारत अते बांग्लादेश के विचकार एक्स संप्रति नाम का जिहड़ा फौजी अभ्यास आ वो होया। ऑप्शन डी इज द राइट आंसर। हुण ये बांग्लादेश के नाल होया। बांग्लादेश की भारत नाल सब तो ज़्यादा हद लगती है, बाउंड्री आ जिहड़ी बांग्लादेश सब तो ज़्यादा शेयर करता वा। किहदे नाल करता वा? भारत नाल। कितनी लगती है? 4096 किलोमीटर की बाउंड्री शेयर करता बांग्लादेश। ठीक है, तो कि हुण आपां डिफेंस एक्सरसाइज की गल कर रहे थे। वैसे तो मैं कोशिश करती हुंदी हाँ कि आपां पॉइंट टू पॉइंट ही गल करिए जो अपना टॉपिक आ, पर फिर भी कई बार ना मतलब कि थोड़ा डूंघाई चलिया जाता काम कि मैं रिहा नहीं जाता, मैं बोल पैनी अगे दसन दे लई, मतलब टॉपिक किते होर चलिया जाता। तो आप कोशिश करते हैं कि आप पॉइंट टू पॉइंट डिफेंस एक्सरसाइज ते ही गल करिए। संप्रति नाम की जिहड़ी डिफेंस एक्सरसाइज आ ये कित्थे होई आ? बांग्लादेश दे विच होई आ, जसौर मिलिटरी स्टेशन ते होई आ। ते भारत दल की नुमाइंदगी किहने कीती आ? डोगरा रेजीमेंट ने। नैक्सट है जी भारत अते किस देश की फौज दरमियान सांझी विशेष बल अभ्यास खंजर का आयोजन किया गया? हाँ जी, खंजर अभ्यास भारत अते किर्गिस्तान के विचकार हुंदा। ऑप्शन ए इज द राइट आंसर। तो 2023 का हिमाचल प्रदेश के बकलौ दे विच होया। किन्नवां एडिशन सी? 9वां। नैक्सट है जी हाँ जी बालिका तन फौजी अभ्यास किहड़े दो देशों विचकार आयोजित किया जाता? बालिका तन फौजी अभ्यास आ यह अमेरिका ते फिलीपींस दे विचकार हुंदा वा। ठीक है, ऑप्शन नंबर डी इज द राइट आंसर। नैक्सट है जी भारत अते किस देश की फौज विचकार अल नज़ा 4 नाम का फौजी अभ्यास करवाया गया? हाँ जी, अल नज़ा 4 नाम का फौजी अभ्यास भारत अते ओमान दे विचकार करवाया गया। ऑप्शन वी इज द राइट आंसर। फैक्ट देख लेने ये राजस्थान दे विच होया ते इसका चौथा एडिशन से तो नाम तो ही क्लीयर हो गया ना, 4th पाया सी मैं मगर। नैक्सट है जी भारत अते किस देश विचकार दुबल्ली जल सेना अभ्यास संगम आयोजित किया गया? हाँ जी, संगम याद रखना यह भारत अते अमेरिका की जल सेना के विचकार आयोजित किया गया। ऑप्शन नंबर बी इज द राइट आंसर अमेरिका। किहड़े स्थान ते होया? गोवा च होया। किन्नवां एडिशन सी? 7वां। नैक्सट है जी भारत अते किस देश की सेना के विचकार संयुक्त मानवतावादी अभ्यास जिसका नाम है टाइगर ट्रायंफ 2022 का आयोजन कित्थे कीता है? करंट अफेयर दे विच मैं तुहानूं हमेशा दसदी हाँ टाइगर ट्रायंफ 2022 का जिहड़ा आयोजन आ वो भारत अते अमेरिका के विचकार ही हुंदा। ऑप्शन ए इज द राइट आंसर। ठीक है, तो इंपॉर्टेंट फैक्ट देख लेने इस बारे इंडिया के विशाखापट्टनम दे विच होया। विशाखम तुसीं याद रखना आंध्रा प्रदेश की नवीं कैपिटल बना दी गई है 2023 दे विच। पहला अमरावती सी, हुण विशाखापट्टनम बन गया। तो इसका किन्नवां एडिशन होया? 2रा। नैक्सट है जी भारत अते किस देश की जल सेना विचकार तालमेल गश्त अभ्यास इंडो कारपोट का 38वां एडिशन होया? हाँ जी, भारत अते इंडोनेशिया के विचकार गश्त अभ्यास इंडो कारपोट का 38वां एडिशन होया। ऑप्शन ए इज द राइट आंसर। नाम तो ही क्लीयर आ इंड मतलब इंडो कारपेट यानी कि इंडिया इंडोनेशिया कोआर्डीनेटेड पेट्रोल। तो यह किहड़े स्थान ते होया? अंडेमान सागर अते मलका दी जल डमरू दे विच। मलका दी जल डमरू मतलब ये हिंद महासागर नूं प्रशांत महासागर दे विच मिलाउंदी आ। ठीक है,
नेक्स्ट है जी संघाई सहयोग संगठन, वेरी इंपॉर्टेंट, इसने अपनी रिसेंटली वाराणसी नूं अपनी कैपिटल भी घोषित किया वा संघाई सहयोग संगठन ने। ते मानेसर एंटी टैरर दा संयुक्त अंतवादी विरोध अभ्यास आ ये कित्थे आयोजित किया गया? हाँ जी ये आयोजित किया गया इंडिया च। ऑप्शन बी इज़ द राइट आंसर। तो आपां इंपॉर्टेंट फैक्ट देख लेने आ, जैट जिहड़ी एक्सरसाइज आ इस दी फुल फॉर्म आ जॉइंट एंटी टैरोरिस्ट एक्सरसाइज। नैक्सट है दो पक्षी फौजी अभ्यास उल्ची फ्रीडम सील्ड। हाँ जी उल्ची तुसी याद रखना, ठीक है, इस तरह भी लिखिया आ सकता वा इंग्लिश दे विच। तां दो पक्षी फौजी अभ्यास उल्ची फ्रीडम सील्ड ये किहड़े दो देशां दे विचकार होया? ये हुंदा जी अमेरिका ते दक्षिणी कोरिया दे विचकार। ऑप्शन नंबर डी अमेरिका ते दक्षिणी कोरिया, डी ऑप्शन आ, ठीक है। तो किहड़े स्थान ते होया? दक्षिणी कोरिया च। नैक्सट है जी किस देश ने बहुराष्ट्रीय जल सेना अभ्यास काकाडू अभ्यास की मेज़बानी की? हाँ जी काकाडू अभ्यास आ जिहड़ा इहदी मेज़बानी किहड़े देश ने की आ? इहदी मेज़बानी आस्ट्रेलिया ने की आ, ठीक है। ऑप्शन नंबर डी इज़ द राइट आंसर। बहुराष्ट्रीय लिखिया वा तो मतलब कई सारे देशों के विचकार काकाडू अभ्यास हुंदा वा। ते भारत वल्लों INS सतपुरा अते P-8I समुद्री गश्ती जहाज़ां ने भाग लिया। नैक्सट है जी इसकी थीम की आ? इसकी थीम आ पार्टनरशिप लीडरशिप अते दोस्ती। नैक्सट है भारत अते किस देश की जल सेना विचकार दुबल्ली जल सेना अभ्यास बोंगो सागर का आयोजन किया गया? हाँ जी बोंगो सागर का आयोजन भारत अते बांग्लादेश के विचकार किया गया। ऑप्शन डी इज़ द राइट आंसर। इस बार इसका तीसरा एडिशन होया वा ते किहड़े स्थान ते होया है? ये होया जी बांग्लादेश की बंदरगाह मंगला दे विच अते बंगाल की खाड़ी दे विच। नैक्सट है भारत अते किस देश के सुरक्षा बलों विचकार लमीतीए संयुक्त फौजी अभ्यास का आयोजन किया गया? हाँ जी जिहड़ा लमीतीए फौजी अभ्यास आ यह भारत अते बांग्लादेश जे आपां गल करिए भारत अते नाम याद रखना लिमीतीए फौजी अभ्यास ये भारत अते सैलेस दे विचकार होया। ऑप्शन बी इज़ द राइट आंसर सैसेलस, ठीक है। किहड़े स्थान ते होया? सैसेलस दे विच ही होया वा। किन्नवां एडिशन सी? 9वां। नैक्सट है भारत दे किस शहर विच बहुराष्ट्रीय जल अभ्यास मिलन का आयोजन किया गया? हाँ जी भारत दे विशाखापट्टनम दे विच बहुराष्ट्रीय जल सेना अभ्यास मिलन का आयोजन किया गया। ऑप्शन नंबर डी इज़ द राइट आंसर। बहुराष्ट्रीय लिखिया मतलब एक तो वध देशों के विचकार होया वा ते इस अभ्यास दे विच जिहड़ी इहदी थीम आ वो है सद्भावना अते सहयोग, ठीक है। तो अभ्यास मिलान 2022 पहला तो तुसीं यही याद रखना कि भारत के किस शहर विच बहुराष्ट्रीय जल सेना अभ्यास होया? विशाखापट्टनम दे विच। नैक्सट है जी हाँ जी बहुराष्ट्रीय समुद्री अभ्यास IB सैमर का 7वां एडिशन किहड़े देशों दीयां जल सेनावां विचकार किया गया? हाँ जी IB सैमर इसका जिहड़ा 7वां एडिशन होया वा किहड़े देशों के विचकार होया? भारत ब्राज़ील अते दक्षिणी अफ्रीका के विचकार। ऑप्शन डी इज़ द राइट आंसर। IB सैमर की जे गल करिए इसकी फुल फॉर्म आ इंडिया ब्राज़ील साउथ अफ्रीका मैरीटाइम। किहड़े स्थान ते होया? दक्षिणी अफ्रीका के पोर्ट गकेबरहा दे विच। नैक्सट है समुद्री भाईवाली अभ्यास MPX भारत की जल सेना ते किस देश विचकार आयोजित किया गया? हाँ जी MPX एक समुद्री भाईवाली अभ्यास आ जिसकी फुल फॉर्म भी असीं अगे जाके पढ़ांगे की आ ते यह भारत अते जापान के विचकार होया। ऑप्शन ए इज़ द राइट आंसर। हुण MPX की फुल फॉर्म आ मैरीटाइम पार्टनरशिप एक्सरसाइज ये किहड़े स्थान ते होया? अंडेमान सागर दे विच। नैक्सट है भारत अते किस देश की फौज विचकार दुबल्ली फौजी अभ्यास विनवैक्स का आयोजन किया गया? हाँ जी दुबल्ली फौजी अभ्यास जिसका नाम है विनवैक्स ये भारत अते वियतनाम के विचकार हुंदा। ऑप्शन बी इज़ द राइट आंसर। तो विनवैक्स की फुल फॉर्म देख लेने आ वियतनाम इंडिया वेटरनरी आर्मी एक्सरसाइज। तो किहड़े स्थान ते होया? हरियाणा के चंडी मंदिर दे विच। किन्नवां एडिशन सी? 3जा। नैक्सट है बहुराष्ट्रीय फौजी अभ्यास बॉस्टॉक कित्थे आयोजित किया गया? हाँ जी बहुराष्ट्रीय फौजी अभ्यास बॉस्टॉक यह रूस के विच आयोजित किया गया। ऑप्शन बी इज़ द राइट आंसर। किहड़े देश शामिल होए? भारत चीन रूस बेलारूस मंगोलिया अते तजाकिस्तान। नैक्सट है जी बहुराष्ट्रीय फौजी अभ्यास बरसामा सील्ड
कित्थे आयोजित किया गया? हाँ जी, बहुराष्ट्रीय फौजी अभ्यास बरसामा शील्ड ये आयोजित किया गया मलेशिया दे विच। ऑप्शन डी इज़ द राइट आंसर। तो किहड़े-किहड़े देश शामिल होए इहदे विच? आस्ट्रेलिया, न्यूजीलैंड, सिंगापुर, यूनाइटेड किंगडम ते मलेशिया। तो बरमस इसका अर्थ की है? इकट्ठे होना। नैक्सट है जी, भारतीय जल सेना ने सब तो वड्डी 2 साला ट्राई सर्विसिस एफिविस अभ्यास जिसका नाम आ अम्फैक्स कित्थे आयोजित किया? हाँ जी, अम्फैक्स नाम का जिहड़ा अभ्यास आ भारतीय जल सेना ने सब तो वड्डी 2 सालां का मतलब की है कि ये 2 सालों के विच एक बार हुंदा वा। ठीक है, सब तो वड्डी 2 सालां ट्राई सर्विसिस एफिविस अभ्यास जिसका नाम आ अम्फैक्स ते ये कित्थे कीता गया? आंध्र प्रदेश के काकीनाडा दे विच। ऑप्शन ए इज़ द राइट आंसर। नैक्सट है जी, भारतीय फौज ने ऑपरेशन सद्भावना 2023 कित्थे शुरू किया? हाँ जी, भारतीय फौज ने ऑपरेशन सद्भावना 2023 लद्दाख दे विच शुरू किया। ऑप्शन बी इज़ द राइट आंसर। लद्दाख की कैपीटल की है? लेह। ते भारत का सब तो वड्डा हैमिस हाई एल्टीट्यूड नैशनल पार्क आ लद्दाख दे विच, ये भी तुसीं याद रखना। नैक्सट है जी, भारतीय फौज ने त्रिशकारी प्रहार नामक एक संयुक्त सिखलाई फौजी अभ्यास का आयोजन कित्थे किया? हाँ जी, त्रिशकारी प्रहार नामक एक अभ्यास होया वा ते भारतीय फौज ने यह कित्थे कीता वा? यह कीता वा जी उत्तरी बंगाल च। ऑप्शन ए इज़ द राइट आंसर। ते किहड़े-किहड़े देश शामिल होया? भारतीय हवाई सेना ते केंद्रीय हथियारबंद पुलिस बल, मतलब शामिल सेना के नाम आई। ठीक है, नैक्सट है जी, भारतीय जल सेना ने सब तो वड्डी 2 साला समुद्री अभ्यास, 2 सालों का मतलब क्या कि 2 सालों एक बार होंदी आ, ते सब तो वड्डी समुद्री अभ्यास है जिसका नाम आ ट्रोपैक्स 2023 इसका आयोजन कित्थे कीता? हाँ जी, भारतीय जल सेना ने 2 सालों की सब तो वड्डी समुद्री अभ्यास ट्रोपैक्स 2023 का आयोजन हिंद महासागर दे विच कीता। ऑप्शन सी इज़ द राइट आंसर। तो ट्रोपैक्स की फुल फॉर्म देख लेने आ, इसका नाम आ जी थिएटर लैवल ऑपरेशनल रैडीनेस एक्सरसाइज। नैक्सट है, इंडियन एयर फोर्स और रॉयल सिंगापुर एयर फोर्स विचकार सालाना जॉइंट मिलिटरी ट्रेनिंग का 11वां एडिशन कित्थे आयोजित किया गया सी? हाँ जी, इंडिया एयर फोर्स एंड रॉयल सिंगापुर एयर फोर्स इन्हां दे विचकार जॉइंट मिलिटरी ट्रेनिंग का 11वां एडिशन आयोजित किया गया पश्चिमी बंगाल के कलाईकुंडा दे विच। ऑप्शन नंबर डी इज़ द राइट आंसर। नैक्सट है जी, किस सुरक्षा बल ने ऑल इंडिया कोस्टल डिफेंस एक्सरसाइज सी विजिल के 3जे एडिशन का आयोजन किया? हाँ जी, सी विजिल के 3जे एडिशन का आयोजन किया भारतीय जल सेना ने। ऑप्शन नंबर सी इज़ द राइट आंसर। नैक्सट है, भारतीय फौज की दक्षिणी पश्चिमी कमांड ने संगठित फायर पावर अभ्यास शत्रुनाश कित्थे आयोजित किया? हाँ जी, भारतीय फौज की दक्षिणी पश्चिमी कमांड ने संगठित फायर पावर अभ्यास शत्रुनाश आयोजित किया राजस्थान के जयपुर दे विच। ऑप्शन बी इज़ द राइट आंसर। राजस्थान के जयपुर नूं, राजस्थान की कैपीटल है जयपुर, इसनूं पिंक सिटी के नाम नाल भी जानिया जांदा। नैक्सट है जी, भारतीय हवाई सेना ने संयुक्त मानवतावादी सहायता अते आफत राहत अभ्यास समन्वय कित्थे आयोजित किया? हाँ जी, भारतीय जल सेना ने संयुक्त मानवतावादी सहायता अते आफत रहत अभ्यास समन्वय आयोजित किया आगरा दे विच। ऑप्शन नंबर डी इज़ द राइट आंसर। नैक्सट है जी, भारतीय फौज के सुदर्शन चक्र कौर ने सुदर्शन प्रहार अभ्यास कित्थे किया? हाँ जी, भारतीय फौज ने सुदर्शन प्रहार अभ्यास आ जिहड़ा यह राजस्थान दे विच कीता। ऑप्शन बी इज़ द राइट आंसर। नैक्सट है जी, किस देश ने नाटो यूनीयन के सालाना परमाणु अभ्यास स्टेड फास्ट नून की मेज़बानी की? हाँ जी, किहड़े देश ने नाटो यूनीयन के सालाना परमाणु अभ्यास जिसका नाम स्टेड फास्ट नून की मेज़बानी की है? तो ये किहड़े देश ने की है? ये की है जी
ਬੈਲਜੀਅਮ ਨੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ, ਬੈਲਜੀਅਮ ਨੇ ਕੀਤੀ ਆ। ਜੇ ਆਪਾਂ ਗੱਲ ਕਰੀਏ ਇੱਥੇ ਨਾਟੋ ਦੀ, ਕਿਉਂਕਿ ਨਾਟੋ ਦੀ ਫੁੱਲ ਫਾਰਮ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ, ਇਕੱਲੀ ਫੁੱਲ ਫਾਰਮ ਵੀ ਤੁਹਾਨੂੰ ਪੁੱਛੀ ਜਾ ਸਕਦੀ ਹੈ, ਤੇ ਇੱਕ ਬਹੁਤ ਹੀ ਇੰਪੋਰਟੈਂਟ ਫੈਕਟ ਵੀ ਹੈ ਇਹਦੇ ਵਿੱਚ। ਨਾਟੋ ਦੀ ਫੁੱਲ ਫਾਰਮ ਆ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਇਸ ਦੀ ਸਥਾਪਨਾ 9 ਅਪ੍ਰੈਲ 1949 ਦੇ ਵਿੱਚ ਹੋਈ। ਇਸ ਦੇ ਮੈਂਬਰ ਦੇਸ਼ ਪਹਿਲਾਂ 30 ਸੀ। 2023 ਦੇ ਵਿੱਚ ਚੇਨਈ ਦੀ ਹੈਲਪ ਦੇ ਨਾਲ ਇੱਕ ਨਵਾਂ ਮੈਂਬਰ ਐਡ ਕੀਤਾ ਗਿਆ, ਤੇ ਇਸ ਦੇ ਮੈਂਬਰ ਦੇਸ਼ ਹੁਣ ਹੋ ਗਏ 31। ਤੇ ਇਸ ਦੇ ਜਿਹੜਾ ਹੈੱਡਕੁਆਟਰ ਆ, ਜੇਕਰ ਆਪਾਂ ਗੱਲ ਕਰੀਏ ਹੈੱਡਕੁਆਟਰ ਇਹਦਾ ਕਿੱਥੇ ਆ, ਬਰੁਸੈਲਸ ਦੇ ਵਿੱਚ। ਤੇ ਐਟ ਪ੍ਰੈਜ਼ੈਂਟ ਇਸ ਦੇ ਸਕੱਤਰ ਨੇ ਜੈਂਸ ਸਟੋਲਟੈਨਬਰਗ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਹੈ ਜੀ, ਭਾਰਤੀ ਫੌਜ ਨੇ ਪਰਬਤ ਪ੍ਰਹਾਰ ਨਾਮ ਦਾ ਇੱਕ ਫੌਜੀ ਅਭਿਆਸ ਕਿੱਥੇ ਕਰਵਾਇਆ? ਹਾਂਜੀ, ਭਾਰਤੀ ਫੌਜ ਨੇ ਪਰਬਤ ਪ੍ਰਹਾਰ ਨਾਮ ਦਾ ਜਿਹੜਾ ਇੱਕ ਫੌਜੀ ਅਭਿਆਸ ਕਰਵਾਇਆ ਵਾ ਲਦਾਖ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਦੁਨੀਆ ਦਾ ਸਭ ਤੋਂ ਵੱਡਾ ਬਹੁਪੱਖੀ ਹਵਾਈ ਅਭਿਆਸ ਪਿਚ ਬਲੈਕ 2022 ਕਿੱਥੇ ਆਯੋਜਿਤ ਕੀਤਾ ਗਿਆ? ਹਾਂਜੀ, ਦੁਨੀਆ ਦਾ ਸਭ ਤੋਂ ਵੱਡਾ ਬਹੁਪੱਖੀ, ਪੂਰੀ ਦੁਨੀਆ ਦਾ ਦੇਖੋ ਸਭ ਤੋਂ ਵੱਡਾ ਬਹੁਪੱਖੀ ਹਵਾਈ, ਬਹੁਪੱਖੀ ਦਾ ਮਤਲਬ ਬਹੁਪੱਖੀ ਹਵਾਈ ਅਭਿਆਸ ਪਿਚ ਬਲੈਕ 2022 ਇਹ ਆਯੋਜਿਤ ਕੀਤਾ ਗਿਆ ਆਸਟ੍ਰੇਲੀਆ 'ਚ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਇੰਪੋਰਟੈਂਟ ਫੈਕਟ ਦੇਖ ਲੈਂਦੇ ਹਾਂ ਕਿ ਕਿਹੜੇ ਕਿਹੜੇ ਦੇਸ਼ ਸ਼ਾਮਿਲ ਹੋਏ ਆ, ਕਿਉਂਕਿ ਬਹੁਪੱਖੀ ਸੀਗਾ ਇਹ। ਭਾਰਤ, ਜਰਮਨੀ, ਫਰਾਂਸ, UAE, ਮਲੇਸ਼ੀਆ, ਅਮਰੀਕਾ, ਨਿਊਜ਼ੀਲੈਂਡ, ਇੰਡੋਨੇਸ਼ੀਆ, ਸਿੰਗਾਪੁਰ, ਜਾਪਾਨ, ਕੋਰੀਆ ਗਣਰਾਜ, UK, ਫਿਲੀਪੀਨਸ, ਥਾਈਲੈਂਡ, ਕੈਨੇਡਾ ਅਤੇ ਨੀਦਰਲੈਂਡ। ਤੇ ਕਿਹੜੀਆਂ ਫੌਜਾਂ ਸ਼ਾਮਿਲ ਹੋਈਆਂ? ਹਵਾਈ ਸੈਨਾ। ਹਾਂਜੀ, ਇੱਥੇ ਤੱਕ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਨੈਕਸਟ ਹੈ, ਸੀ ਗਾਰਡੀਅਨ 2 ਨਾਮ ਦਾ ਸਮੁੰਦਰੀ ਅਭਿਆਸ ਕਿਹੜੇ 2 ਦੇਸ਼ਾਂ ਦੀਆਂ ਜਲ ਸੈਨਾਵਾਂ ਵਿਚਕਾਰ ਆਯੋਜਿਤ ਕੀਤਾ ਗਿਆ? ਹਾਂਜੀ, ਸੀ ਗਾਰਡੀਅਨ 2 ਨਾਮ ਦਾ ਜਿਹੜਾ ਸੰਯੁਕਤ ਸਮੁੰਦਰੀ ਅਭਿਆਸ ਆ, ਇਹ ਚੀਨ ਅਤੇ ਪਾਕਿਸਤਾਨ ਦੇ ਵਿਚਕਾਰ ਹੋਇਆ ਵਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਕਿੱਥੇ ਹੋਇਆ ਵਾ? ਚੀਨ ਦੇ ਸੰਘਾਈ ਤੱਟ ਤੇ। ਕਿੰਨਵਾਂ ਐਡੀਸ਼ਨ ਸੀ? ਦੂਜਾ। ਇਸ ਦੀ ਥੀਮ ਕੀ ਸੀ? ਸਮੁੰਦਰੀ ਸੁਰੱਖਿਆ ਖਤਰਿਆਂ ਨਾਲ ਸਾਂਝੇ ਤੌਰ ਤੇ ਨਜਿੱਠਣਾ। ਨੈਕਸਟ ਹੈ, ਯੁੱਧ ਅਭਿਆਸ ਨਾਮ ਦਾ ਫੌਜੀ ਅਭਿਆਸ। ਹਾਂਜੀ, ਜਿੱਥੇ ਵੀ ਅਮਰੀਕਾ ਦੀ ਗੱਲ ਹੁੰਦੀ ਹੈ ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹਾਂ ਕਿ ਯੁੱਧ ਅਭਿਆਸ ਨਾਮ ਦੀ ਡਿਫੈਂਸ ਐਕਸਰਸਾਈਜ਼ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਹੁੰਦੀ ਆ। ਤਾਂ ਯੁੱਧ ਅਭਿਆਸ ਨਾਮ ਦਾ ਫੌਜੀ ਅਭਿਆਸ ਭਾਰਤ ਅਤੇ ਕਿਸ ਦੇਸ਼ ਦੀ ਫੌਜ ਦੇ ਵਿਚਕਾਰ ਕੀਤਾ ਜਾਂਦਾ? ਜਾਪਾਨ ਦੇ ਵਿੱਚ। ਭਾਰਤ ਅਤੇ ਅਮਰੀਕਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ। ਠੀਕ ਹੈ ਜੀ, ਤੇ ਕਿਹੜੇ ਸਥਾਨ ਤੇ ਹੁੰਦਾ ਕੀਤਾ ਗਿਆ ਇਸ ਵਾਰ? ਉੱਤਰਾਖੰਡ ਦੇ ਔਲੀ ਦੇ ਵਿੱਚ। ਕਿੰਨਵਾਂ ਐਡੀਸ਼ਨ ਸੀ? 18ਵਾਂ। ਨੈਕਸਟ ਹੈ, ਭਾਰਤੀ ਫੌਜ ਨੇ ਬਹੁਰਾਸ਼ਟਰੀ ਸ਼ਾਂਤੀ ਰੱਖਿਆ ਅਭਿਆਸ ਐਕਸ ਖਾਨ ਕੁਐਸਟ ਵਿੱਚ ਕਿੱਥੇ ਹਿੱਸਾ ਲਿਆ? ਹਾਂਜੀ, ਇਹ ਇੱਕ ਸ਼ਾਂਤੀ ਰੱਖਿਆ ਅਭਿਆਸ ਹੈ ਜਿਸ ਦਾ ਨਾਮ ਹੈ ਐਕਸ ਖਾਨ ਕੁਐਸਟ। ਇਸ ਦੇ ਵਿੱਚ ਭਾਰਤੀ ਫੌਜ ਨੇ ਮੰਗੋਲੀਆ ਦੇ ਆਪਾਂ ਕਹਿ ਸਕਦੇ ਹਾਂ ਮੰਗੋਲੀਆ ਦੇ ਉਲਾਨ ਬਾਤਰ ਦੇ ਵਿੱਚ ਹਿੱਸਾ ਜਿਹੜਾ ਲਿਆ ਵਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਤੇ ਕਈ ਦੇਸ਼ਾਂ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਕਿਉਂਕਿ ਇਹ ਬਹੁਰਾਸ਼ਟਰੀ ਸੀ। ਨੈਕਸਟ ਹੈ, ਹਾਂਜੀ, ਇੰਡੀਅਨ ਕੋਸਟ ਗਾਰਡ ਨੇ ਸਾਰੈਕਸ ਨਾਮਕ 10ਵੀਂ ਰਾਸ਼ਟਰੀ ਸਮੁੰਦਰੀ ਖੋਜ ਅਤੇ ਬਚਾਅ ਅਭਿਆਸ ਕਿੱਥੇ ਆਯੋਜਿਤ ਕੀਤਾ? ਹਾਂਜੀ, ਇੰਡੀਅਨ ਕੋਸਟ ਗਾਰਡ ਨੇ ਰਾਸ਼ਟਰੀ ਸਮੁੰਦਰੀ ਖੋਜ ਅਤੇ ਬਚਾਅ ਅਭਿਆਸ ਆ ਜਿਹੜਾ ਇਹ ਤਮਿਲਨਾਡੂ ਦੇ ਚੇਨਈ ਦੇ ਵਿੱਚ ਆਯੋਜਿਤ ਕੀਤਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਤੇ ਇਸ ਦੀ ਥੀਮ ਕੀ ਆ? ਕਪੈਸਿਟੀ ਬਿਲਡਿੰਗ ਟੂਵਰਡ ਮੈਰੀਨ ਪੈਸੰਜਰਸ। ਨੈਕਸਟ ਹੈ ਜੀ, ਭਾਰਤੀ ਫੌਜ ਅਤੇ ਹਵਾਈ ਸੈਨਾ ਨੇ ਸਾਂਝੇ ਅਭਿਆਸ ਗਗਨ ਸਟ੍ਰਾਈਕ ਦਾ ਆਯੋਜਨ ਕਿੱਥੇ ਕੀਤਾ? ਹਾਂਜੀ, ਭਾਰਤੀ ਅਤੇ ਹਵਾਈ ਸੈਨਾ ਨੇ ਸਾਂਝੇ ਅਭਿਆਸ ਗਗਨ ਸਟ੍ਰਾਈਕ ਦਾ ਜਿਹੜਾ ਆਯੋਜਨ ਆ ਉਹ ਵੈਰੀ ਇੰਪੋਰਟੈਂਟ ਪੰਜਾਬ ਦੇ ਪਟਿਆਲਾ ਦੇ ਵਿੱਚ ਕੀਤਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਭਾਰਤ ਅਤੇ ਕਿਸ ਦੇਸ਼ ਦੀ ਜਲ ਸੈਨਾ ਦੇ ਵਿਚਕਾਰ ਤਾਲਮੇਲ ਗਸ਼ਤ ਅਭਿਆਸ ਕਾਰਪੇਟ ਦਾ ਚੌਥਾ ਐਡੀਸ਼ਨ ਕੀਤਾ ਗਿਆ? ਹਾਂਜੀ, ਭਾਰਤ ਅਤੇ ਬੰਗਲਾਦੇਸ਼ ਦੀ ਸੈਨਾ ਦੇ ਵਿਚਕਾਰ ਗਸ਼ਤ ਅਭਿਆਸ ਕਾਰਪੇਟ ਦਾ ਚੌਥਾ ਐਡੀਸ਼ਨ ਹੋਇਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਕਿੱਥੇ ਹੋਇਆ? ਬੰਗਾਲ ਦੀ ਖਾੜੀ ਤੇ। ਨੈਕਸਟ ਹੈ, ਭਾਰਤੀ ਹਵਾਈ ਸੈਨਾ ਨੇ ਵਾਯੂ ਸ਼ਕਤੀ ਅਭਿਆਸ ਦਾ ਆਯੋਜਨ ਕਿੱਥੇ ਕੀਤਾ? ਹਾਂਜੀ, ਭਾਰਤੀ ਹਵਾਈ ਸੈਨਾ ਨੇ ਵਾਯੂ ਸ਼ਕਤੀ ਅਭਿਆਸ ਦਾ ਆਯੋਜਨ ਕਿੱਥੇ? ਸਥਾਨ ਦੇ ਪੋਖਰਨ ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਹਾਂਜੀ, ਜੇਕਰ ਤੁਹਾਨੂੰ ਇੱਥੇ ਤੱਕ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਨੈਕਸਟ ਹੈ, ਬਹੁਰਾਸ਼ਟਰੀ ਹਵਾਈ ਸੈਨਾ ਅਭਿਆਸ ਜਿਸ ਦਾ ਨਾਮ ਆ ਐਕਸਰਸਾਈਜ਼ ਕੋਬਰਾ ਵਾਰੀਅਰ ਕਿੱਥੇ ਆਯੋਜਿਤ ਕੀਤਾ ਗਿਆ? ਹਾਂਜੀ, ਕੋਬਰਾ ਵਾਰੀਅਰ ਜਿਹੜਾ ਕਿ ਬਹੁਰਾਸ਼ਟਰੀ ਅਭਿਆਸ ਆ ਇਹ ਯੂਨਾਈਟਿਡ ਕਿੰਗਡਮ ਦੇ ਵੈਲਿੰਗਟਨ ਦੇ ਵਿੱਚ ਆਯੋਜਿਤ ਕੀਤਾ ਗਿਆ।
ऑप्शन डी इज़ द राइट आंसर। नैक्सट है एक्स ईस्टਰਨ बिरज दुबल्ली फौजी अभ्यास भारत ਅਤੇ किस देश ਦੀ हवाई सेना विचकार आयोजित किया गया। हाँ जी, एक्स ईस्टਰਨ बिरज दुबल्ली फौजी अभ्यास आ ਜਿਹੜਾ ਇਹ ਭਾਰਤ ਅਤੇ ਓਮਾਨ ਦੀ ਸੈਨਾ ਦੇ ਵਿਚਕਾਰ ਆਯੋਜਿਤ ਕੀਤਾ ਗਿਆ। ऑप्शन बी इज़ द राइट आंसर। ਤੇ ਕਿਹੜੇ ਸਥਾਨ ਤੇ ਹੋਇਆ? ਰਾਜਸਥਾਨ ਦੇ ਜੋਧਪੁਰ ਦੇ ਵਿੱਚ। ਕਿੰਨਵਾਂ ਐਡੀਸ਼ਨ ਸੀ? 6ਵਾਂ। ਨੈਕਸਟ ਹੈ ਜੀ ਸੰਯੁਕਤ ਜਲ ਸੈਨਾ ਅਭਿਆਸ ਚੀਰੂ 2022 ਕਿਹੜੇ 3 ਦੇਸ਼ਾਂ ਦੇ ਵਿਚਕਾਰ ਆਯੋਜਿਤ ਕੀਤਾ ਗਿਆ? ਹਾਂਜੀ, ਸੰਯੁਕਤ ਜਲ ਸੈਨਾ ਅਭਿਆਸ ਚੀਰੂ 2022 ਇਹ ਰੂਸ, ਚੀਨ ਅਤੇ ਈਰਾਨ ਦੇ ਵਿਚਕਾਰ ਹੋਇਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਤੇ ਕਿਹੜੇ ਸਥਾਨ ਤੇ ਹੋਇਆ? ਓਮਾਨ ਦੀ ਖਾੜੀ 'ਚ। ਨੈਕਸਟ ਹੈ ਜੀ ਸੰਯੁਕਤ ਸਮੁੰਦਰੀ ਅਭਿਆਸ ਪੱਛਮ ਲਹਿਰ XPL ਕਿਸ ਨੇ ਆਯੋਜਿਤ ਕੀਤਾ? ਹਾਂਜੀ, ਸੰਯੁਕਤ ਸਮੁੰਦਰੀ ਅਭਿਆਸ ਪੱਛਮ ਲਹਿਰ XPL ਆ ਜਿਹੜਾ ਇਹ ਕਿੱਥੇ ਆਯੋਜਿਤ ਕੀਤਾ ਗਿਆ? ਭਾਰਤੀ ਜਲ ਸੈਨਾ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ डिफेंडर यूरोप 2022 ਅਤੇ ਸਵਿਫਟ ਰਿਸਪੌਂਸ 2022 ਯੁੱਧ ਅਭਿਆਸ ਕਿਹੜੇ ਦੇਸ਼ਾਂ ਵਿਚਕਾਰ ਆਯੋਜਿਤ ਕੀਤਾ ਗਿਆ? ਹਾਂਜੀ, ਡਿਫੈਂਡਰ ਯੂਰਪ 2022 ਸਵਿਫਟ ਰਿਸਪੌਂਸ 2022 ਇਹਨਾਂ ਦੀ ਸ਼ਾਰਟ ਫਾਰਮ ਵੀ ਦੇਖ ਲਓ, ਇਸ ਤਰ੍ਹਾਂ ਲਿਖਿਆ ਆ ਸਕਦਾ ਵਾ। ਠੀਕ ਹੈ, ਇਹ ਕਿਹੜੇ 2 ਦੇਸ਼ਾਂ ਦੇ ਵਿਚਕਾਰ ਆਯੋਜਿਤ ਹੋਇਆ? ਤਾਂ ਇਹ ਕੀਤਾ ਗਿਆ ਜੀ ਕਿਹੜੇ ਦੇਸ਼ਾਂ ਵਿਚਕਾਰ ਹੋਇਆ? ਨਾਟੋ ਦੇਸ਼ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਪਾਸੈਕਸ ਅਭਿਆਸ ਭਾਰਤੀ ਜਲ ਸੈਨਾ ਅਤੇ ਕਿਸ ਦੇਸ਼ ਦੀ ਜਲ ਸੈਨਾ ਵਿਚਕਾਰ ਆਯੋਜਿਤ ਕੀਤਾ ਗਿਆ? ਤਾਂ ਇਹ ਹੋਇਆ ਜੀ ਰੂਸ ਦੇ ਵਿਚਕਾਰ। ਜਿਹੜੀ ਇੰਦਰ ਨਾਮ ਦੀ ਡਿਫੈਂਸ ਐਕਸਰਸਾਈਜ਼ ਆ ਉਹ ਵੀ ਭਾਰਤ ਤੇ ਰੂਸ ਦੇ ਵਿਚਕਾਰ ਹੀ ਹੁੰਦੀ ਆ। ਤੇ ਇਹ ਜਿਹੜਾ ਅਭਿਆਸ ਆ ਇਹ ਅਰਬ ਸਾਗਰ ਕੋਚੀਨ ਬੰਦਰਗਾਹ ਦੇ ਵਿੱਚ ਹੋਇਆ। ਨੈਕਸਟ ਹੈ ਕਿਸ ਭਾਰਤੀ ਸੁਰੱਖਿਆ ਬਲ ਨੇ ਸੈਟੇਲਾਈਟ ਪ੍ਰਣਾਲੀਆਂ ਅਤੇ ਉਹਨਾਂ ਦੀ ਸੰਚਾਲਨ ਸਮਰੱਥਾ ਦੀ ਜਾਂਚ ਕਰਨ ਲਈ ਐਕਸ ਸਕਾਈਲਾਈਟ ਨਾਮਕ ਇੱਕ ਪੈਨ ਇੰਡੀਆ ਸੈਟੇਲਾਈਟ ਸੰਚਾਰ ਅਭਿਆਸ ਦਾ ਆਯੋਜਨ ਕੀਤਾ? ਤਾਂ ਇਹ ਆਯੋਜਨ ਕੀਤਾ ਜੀ ਭਾਰਤੀ ਫੌਜ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਭਾਰਤੀ ਫੌਜ ਨੇ ਭਾਰਤੀ ਸੁਰੱਖਿਆ ਬਲ ਨੇ ਸੈਟੇਲਾਈਟ ਪ੍ਰਣਾਲੀਆਂ ਅਤੇ ਉਹਨਾਂ ਦੀ ਸੰਚਾਲਨ ਸਮਰੱਥਾ ਦੀ ਜਾਂਚ ਕਰਨ ਦੇ ਲਈ ਐਕਸ ਸਕਾਈਲਾਈਟ ਨਾਮਕ ਇੱਕ ਪੈਨ ਇੰਡੀਆ ਸੈਟੇਲਾਈਟ ਸੰਚਾਰ ਅਭਿਆਸ ਆਯੋਜਨ ਕੀਤਾ। ਨੈਕਸਟ ਹੈ ਜੀ ਭਾਰਤੀ ਕੰਪਿਊਟਰ ਅਤੇ ਐਮਰਜੈਂਸੀ ਰਿਸਪੌਂਸ ਟੀਮ, ਇਸ ਦੀ ਫੁੱਲ ਫਾਰਮ ਵੀ ਦੇਖ ਲਓ। ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ ਨੇ ਕਿਸ ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ ਦੇ ਨਾਲ ਸਾਈਬਰ ਸੁਰੱਖਿਆ ਅਭਿਆਸ ਜਿਸ ਦਾ ਨਾਮ ਆ ਸਿਨਰਜੀ ਦਾ ਆਯੋਜਨ ਕੀਤਾ? ਤੇ ਇਹ ਹੋਇਆ ਸਿੰਗਾਪੁਰ ਦੇ ਵਿਚਕਾਰ, ਭਾਰਤ ਅਤੇ ਸਿੰਗਾਪੁਰ ਵਿਚਕਾਰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਤੇ ਇੰਪੋਰਟੈਂਟ ਪੁਆਇੰਟਸ ਦੇਖ ਲੈਂਦੇ ਆ। ਇਸ ਦੀ ਥੀਮ ਕੀ ਆ? ਬਿਲਡਿੰਗ ਨੈਟਵਰਕ ਰੈਸਿਲੀਐਂਸੀ ਟੂ ਕਾਊਂਟਰ ਰੈਨਸਮਵੇਅਰ ਅਟੈਕਸ। ਨੈਕਸਟ ਹੈ ਭਾਰਤੀ ਜਲ ਸੈਨਾ ਨੇ ਅਫਸੋਰ ਸੁਰੱਖਿਆ ਅਭਿਆਸ ਪ੍ਰਸਥਾਨ ਕਿੱਥੇ ਆਯੋਜਿਤ ਕੀਤਾ? ਹਾਂਜੀ, ਭਾਰਤੀ ਜਲ ਸੈਨਾ ਨੇ ਅਫਸੋਰ ਸੁਰੱਖਿਆ ਅਭਿਆਸ ਪ੍ਰਸਥਾਨ ਕਿੱਥੇ ਆਯੋਜਿਤ ਕੀਤਾ? ਇਹ ਕੀਤਾ ਗਿਆ ਜੀ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਦੇ ਵਿੱਚ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਇਹ ਅਭਿਆਸ ਹਰ 6 ਮਹੀਨੇ ਬਾਅਦ ਕੀਤਾ ਜਾਂਦਾ। ਤੁਹਾਨੂੰ ਪੁੱਛ ਸਕਦੇ ਆ ਕਿ ਕਿਹੜਾ ਅਭਿਆਸ ਹਰੇਕ 6 ਮਹੀਨੇ ਬਾਅਦ ਕੀਤਾ ਜਾਂਦਾ? ਭਾਰਤੀ ਜਲ ਸੈਨਾ ਦਾ ਅਫਸੋਰ ਸੁਰੱਖਿਆ ਅਭਿਆਸ ਜਿਸ ਦਾ ਨਾਮ ਆ ਪ੍ਰਸਥਾਨ। ਨੈਕਸਟ ਹੈ ਭਾਰਤ ਅਤੇ ਕਿਸ ਦੇਸ਼ ਦੇ ਤੱਟ ਰੱਖਿਅਕ ਵਿਚਕਾਰ ਐਕਸਰਸਾਈਜ਼ ਨਾਮ ਦਾ ਇੱਕ ਸਾਂਝਾ ਅਭਿਆਸ ਆਯੋਜਿਤ ਕੀਤਾ ਗਿਆ? ਹਾਂਜੀ, ਐਕਸਰਸਾਈਜ਼ ਨਾਮ ਦਾ ਇੱਕ ਸਾਂਝਾ ਅਭਿਆਸ ਆ ਜਿਹੜਾ ਆਯੋਜਿਤ ਕੀਤਾ ਗਿਆ ਭਾਰਤ ਅਤੇ ਅਮਰੀਕਾ ਦੇ ਵਿਚਕਾਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਕਿੱਥੇ ਹੋਇਆ? ਚੇਨਈ ਦੇ ਵਿੱਚ। ਨੈਕਸਟ ਹੈ ਨਾਟੋ ਮੈਂਬਰ ਦੇਸ਼ਾਂ ਦੀ, ਹਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਨਾਟੋ ਦੇ 31 ਮੈਂਬਰ ਹੋ ਚੁੱਕੇ ਆ। ਨਾਟੋ ਮੈਂਬਰ ਦੇਸ਼ਾਂ ਦੀ ਫੌਜੀ ਅਭਿਆਸ ਕੋਲਡ ਰਿਸਪੌਂਸ ਕਿੱਥੇ ਆਯੋਜਿਤ ਕੀਤਾ ਜਾਂਦਾ ਹੈ? ਨਾਰਵੇ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਤੁਹਾਨੂੰ ਮਿਹਨਤ ਦਿਖ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।